ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਰੋਜ਼ਾਨਾ ਲੋਕ ਨਾਥ ਟੀਵੀ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਸਵੇਰ ਦੇ ਵਿੱਚ ਤੁਹਾਡਾ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਜਿਹੜੀ ਆ ਉਹ ਕਰਾਂਗੇ ਕਿ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਤੇ ਬੀਬੀ ਰਜਿੰਦਰ ਕੌਰ ਭੱਠਲ ਦੇ ਸਮੇਤ ਪੰਜਾਬ ਦੇ ਕੁਝ ਵੱਡੇ ਲੀਡਰਾਂ ਨੂੰ ਕਰਾਰਾ ਤੇ ਹਾਈ ਵੋਲਟੇਜ ਝਟਕਾ ਲੱਗਿਆ। ਕੀ ਉਹ ਝਟਕਾ ਹੈ, ਉਸ ਤੇ ਗੱਲਬਾਤ ਕਰਾਂਗੇ। ਤਾਂ ਉਧਰ ਅਮਰਿੰਦਰ ਸਿੰਘ, ਰਾਜਾ ਵੜਿੰਗ ਅਤੇ ਕਾਂਗਰਸ ਨੂੰ ਝਟਕਾ ਲੱਗਿਆ। ਕੀ ਉਹ ਝਟਕਾ ਹੈ? ਪ੍ਰਨੀਤ ਕੌਰ ਕੀ ਕੁਝ ਕਰ ਰਹੇ ਨੇ, ਕੀ ਕੁਝ ਕਰ ਗਏ ਨੇ, ਉਸ ਤੇ ਜਿਹੜੀ ਆ ਗੱਲਬਾਤ ਕਰਾਂਗੇ। ਨਾਲ ਹੀ ਨਾਲ ਗੱਲਬਾਤ ਜਿਹੜੀ ਆ ਕਰਾਂਗੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਿਹੜਾ ਇੱਕ ਵੱਡਾ ਘਾਟਾ ਪਿਆ ਹੈ, ਕੀ ਉਹ ਘਾਟਾ ਪਿਆ, ਕੀ ਵਿੱਤੀ ਬੋਝ ਹੈ ਜਾਂ ਕੁਝ ਹੋਰ ਗੱਲਬਾਤ ਹੈ, ਕੀ ਕੁਝ ਹੈ, ਉਸ ਤੇ ਅਸੀਂ ਗੱਲਬਾਤ ਕਰਾਂਗੇ। ਨਾਲ ਹੀ ਨਾਲ ਗੱਲਬਾਤ ਜਿਹੜੀ ਆ ਉਹ ਕਰਾਂਗੇ ਕੋਰੋਨਾ ਨੂੰ ਲੈ ਕੇ। ਪੰਜਾਬ ਦੇ ਵਿੱਚ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਨੇ, ਕੀ ਕੁਝ ਸਾਵਧਾਨੀਆਂ ਤੇ ਜੇ ਉਹ ਨਾ ਵਰਤੀਆਂ ਤਾਂ ਕਿਸ ਤਰੀਕੇ ਦਾ ਤੁਹਾਨੂੰ ਖਮਿਆਜਾ ਜਿਹੜਾ ਭੁਗਤਣਾ ਪੈ ਸਕਦਾ। ਉਹਨਾਂ ਸਾਰੀਆਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਕਰਾਂਗੇ। ਚਰਚਾ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਅਣਖੀ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ ਵਿੱਚ ਤੁਹਾਡਾ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ। ਅਣਖੀ ਸਾਹਿਬ, ਪਹਿਲੀ ਜਿਹੜੀ ਖਬਰ ਹੈ ਉਹ ਆਪਾਂ ਇਹੀ ਲਵਾਂਗੇ ਕਿ ਜਿਸ ਤਰੀਕੇ ਦੇ ਨਾਲ ਕੱਲ ਇੱਕ ਪੈਨਸ਼ਨ, ਇੱਕ ਵਿਧਾਇਕ ਵਾਲਾ ਜਿਹੜਾ ਇੱਕ ਪੈਨਸ਼ਨ ਵਾਲਾ ਜਿਹੜਾ ਫੈਸਲਾ ਲਿਆ ਗਿਆ, ਉਹਦੇ ਵਿੱਚ 42 ਦਿਨਾਂ ਦੇ ਬਾਅਦ ਜਿਹੜਾ ਰਾਜਪਾਲ ਦੇ ਵੱਲੋਂ ਉਹਦਾ ਫਾਈਨਲ ਸਾਈਨ ਕੀਤੇ ਗਏ ਨੋਟੀਫਿਕੇਸ਼ਨ ਜਿਹੜਾ ਜਾਰੀ ਹੋਇਆ, ਕਿਵੇਂ ਦੇਖਦੇ ਹੋ? ਇੱਕ ਵਾਰ ਫਿਰ ਤੋਂ ਜੇ ਆਪਾਂ ਦੇਖੀਏ ਇਸ ਪੂਰੇ ਫੈਸਲੇ ਨੂੰ, ਤਾਂ ਉਧਰ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਜੇ ਘਾਟਾ ਪ੍ਰਕਾਸ਼ ਸਿੰਘ ਬਾਦਲ ਨਾਲ ਉਹਨਾਂ ਦੇ ਕੈਪਟਨ ਅਮਰਿੰਦਰ ਸਿੰਘ ਅਤੇ ਬੀਬੀ ਰਜਿੰਦਰ ਕੌਰ ਭੱਠਲ ਨੂੰ ਵੀ ਪਿਆ। ਹੋਰ ਵੀ ਬਹੁਤ ਸਾਰੇ ਲੀਡਰ ਹੈਗੇ ਜਿਹੜੇ ਕਈ ਵਾਰ ਵਿਧਾਇਕ ਜਿਹੜੇ ਉਹ ਬਣੇ ਹੋਏ ਸੀ। ਤਾਂ ਕਿਵੇਂ ਦੇਖਦੇ ਹੋ ਵਿੱਤੀ ਬੋਝ ਕਿੰਨਾ ਕੁ ਪੰਜਾਬ ਦੇ ਸਿਰੋਂ ਘਟੇਗਾ, ਇਹਦੇ ਨਾਲ ਕਿੰਨਾ ਕੁ ਫਾਇਦਾ ਹੋਣ ਜਾ ਰਿਹਾ, ਔਰ ਪਿਰਤ ਨੂੰ ਤੁਸੀਂ ਕਿਵੇਂ ਦੇਖਦੇ ਹੋ? ਸੁਖਵਿੰਦਰ ਜੀ, ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਬਣਦੀ ਆ ਤਾਂ ਸਭ ਤੋਂ ਪਹਿਲਾਂ ਆਉਂਦਿਆਂ ਉਹਨੇ ਇਹੋ ਕੰਮ ਕੀਤਾ ਕਿ ਇੱਕ ਵਿਧਾਇਕ ਇੱਕ ਪੈਨਸ਼ਨ ਜਿਹੜੀ ਹੈ ਸਕੀਮ ਉਹ ਲਾਗੂ ਕੀਤੀ ਜਾਵੇ। ਔਰ ਇਹਦੇ ਸੰਬੰਧੀ ਬਕਾਇਦਾ ਤੌਰ ਤੇ ਉਹਨਾਂ ਨੇ ਕੈਬਨਿਟ ਦੇ ਵਿੱਚ ਪਾਸ ਕਰਾ ਕੇ ਇਹ ਜਿਹੜਾ ਬਿੱਲ ਸੀ ਇਹ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਉਹਨਾਂ ਨੂੰ ਭੇਜਿਆ। ਪਰ ਉਹਨਾਂ ਨੇ ਫਿਰ ਆਬਜੈਕਸ਼ਨ ਲਾ ਕੇ ਵਾਪਸ ਕਰ ਦਿੱਤਾ ਕਿ ਇਹ ਵਿਧਾਨ ਸਭਾ 'ਚ ਇਸ ਨੂੰ ਪਾਸ ਕਰਵਾਇਆ ਜਾਏ। ਤਾਂ ਫਿਰ ਵਿਧਾਨ ਸਭਾ 'ਚ ਪਾਸ ਕਰਵਾ ਕੇ ਇਹ ਬਿੱਲ ਦੁਬਾਰਾ ਮਾਨਯੋਗ ਜਿਹੜੇ ਬਨਵਾਰੀ ਲਾਲ ਪੁਰੋਹਿਤ ਰਾਜਪਾਲ ਪੰਜਾਬ ਨੇ ਉਹਨਾਂ ਨੂੰ ਭੇਜਿਆ ਗਿਆ। ਤੇ ਕੱਲ ਬਹੁਤ ਦਿਨਾਂ ਦਾ ਬਿੱਲ ਉਹਨਾਂ ਕੋਲ ਪੈਂਡਿੰਗ ਪਿਆ ਸੀ। ਤਾਂ ਹਾਲਾਂਕਿ ਸਰਕਾਰ ਵੀ ਇਸ ਮਸਲੇ ਦੇ ਵਿੱਚ ਕਾਫੀ ਦਿਲਚਸਪੀ ਵਿਖਾ ਰਹੀ ਸੀ ਕਿ ਕਿਉਂ ਬਨਵਾਰੀ ਲਾਲ ਪੁਰੋਹਿਤ ਇੱਥੇ ਸਾਈਨ ਜਿਹੜੇ ਕਿਉਂ ਨਹੀਂ ਕਰ ਰਹੇ, ਜਦੋਂ ਕਿ ਸਾਰੀਆਂ ਉਸਦੀਆਂ ਜਿਹੜੇ ਅਸੀਂ ਕਹਿ ਸਕਦੇ ਕਿ ਕਮੀਆਂ ਕੋਈ ਵੀ ਉਸ ਬਿੱਲ ਦੇ ਵਿੱਚ ਨਹੀਂ ਸਨ। ਖੈਰ, ਕੱਲ 42 ਦਿਨਾਂ ਬਾਅਦ ਰਾਜਪਾਲ ਪੰਜਾਬ ਨੇ ਉਹਦੇ ਉੱਤੇ ਸਾਈਨ ਕਰਕੇ ਬਕਾਇਦਾ ਤੌਰ ਤੇ ਇਸ ਬਿੱਲ ਨੂੰ ਇੱਕ ਕਾਨੂੰਨ ਦੇ ਰੂਪ ਦੇ ਵਿੱਚ ਪ੍ਰਵਾਨਗੀ ਜਿਹੜੀ ਉਹ ਦੇ ਦਿੱਤੀ ਆ। ਨੋਟੀਫਿਕੇਸ਼ਨ ਇਹਦੇ ਸੰਬੰਧੀ ਜਾਰੀ ਜਿਹੜਾ ਹੋ ਗਿਆ। ਹੁਣ ਇਸ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਬੀਬੀ ਰਜਿੰਦਰ ਕੌਰ ਭੱਠਲ, ਹੋਰ ਕਈ ਇਹੋ ਜਿਹੇ ਵਿਧਾਇਕ ਨੇ, ਸਾਬਕਾ ਵਿਧਾਇਕ ਨੇ ਜਿਹੜੇ ਇੱਕ ਤੋਂ ਵੱਧ 2-2, 3-3, 4-4 ਪੈਨਸ਼ਨਾਂ ਜਿਹੜੀਆਂ ਲੈਂਦੇ ਰਹੇ ਨੇ। ਹੁਣ ਸਥਿਤੀ ਆ, ਹੁਣ ਇੱਕ ਹੀ ਪੈਨਸ਼ਨ ਮਿਲੇਗੀ, ਨਹੀਂ ਤਾਂ ਜਿੰਨੇ ਵਾਰੀ ਉਹ ਵਿਧਾਇਕ ਬਣਦੇ ਸਨ ਉਹ ਟਰਮ ਉਹਨਾਂ ਦੀ ਨਾਲ ਜੋੜਦੀ ਜਾਂਦੀ ਸੀ। ਤਾਂ ਉਹ ਟਰਮ ਬਣ ਕੇ ਕਈ ਵਾਰੀ ਜਿਹੜੀ ਇਹ ਪੈਨਸ਼ਨ ਆ ਇਹ 5-5, 6-6 ਲੱਖ ਰੁਪਈਆ ਵੀ ਹੁੰਦੀ ਸੀ। ਤਾਂ ਤੁਸੀਂ ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ ਸਭ ਤੋਂ ਪਹਿਲਾਂ ਨਾਮ ਲਿਆ। ਜਦੋਂ ਇਹ ਬਿੱਲ ਅਜੇ ਪਾਸ ਕੀਤਾ ਤਾਂ ਉਸ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਬੜੀ ਵੱਡੀ ਦਿਆਨਤਦਾਰੀ ਵਿਖਾਉਂਦੇ ਹੋਇਆ ਇਸ ਬਿੱਲ ਨੂੰ ਪਹਿਲਾਂ ਹੀ ਆਪਣੀ ਪੈਨਸ਼ਨ ਲੈਣ ਤੋਂ ਉਹਨਾਂ ਨੇ ਇਨਕਾਰ ਕਰਤਾ ਕਿ ਮੈਂ ਪੈਨਸ਼ਨ ਜਿਹੜੀ ਆ ਨਹੀਂ ਲੈਣੀ। ਚਲੋ ਪਤਾ ਨਹੀਂ ਕਿਹੜੀਆਂ ਸਥਿਤੀਆਂ 'ਚ, ਪਰ ਉਹਨਾਂ ਨੇ ਐਲਾਨ ਜਿਹੜਾ ਉਹ ਕਰ ਦਿੱਤਾ। ਬਾਕੀ ਉਸ ਤੋਂ ਮਗਰੋਂ ਅਜੇ ਵੇਖਿਆ ਜਾਏ ਤਾਂ ਹੋਰ ਕਿਸੇ ਵੀ ਵਿਧਾਇਕ ਨੇ ਇਸ ਸੰਬੰਧੀ ਕੋਈ ਐਲਾਨ ਜਿਹੜਾ ਉਹ ਨਹੀਂ ਕੀਤਾ। ਬਲਕਿ ਵਿਧਾਨ ਸਭਾ ਦੇ ਵਿੱਚ ਤਾਂ ਸਰਦਾਰ ਪ੍ਰਤਾਪ ਸਿੰਘ ਬਾਜਵਾ ਇਹ ਵੀ ਕਹਿੰਦੇ ਰਹੇ ਕਿ ਸਾਡੇ ਜਿਹੜੇ ਮਾਨ ਭੱਤੇ ਆ ਉਹ ਵਧਾਏ ਜਾਣ, ਸਾਡੀਆਂ ਵੀ ਲੋੜਾਂ ਨੇ। ਈਵਨ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵੀ ਗੱਲ ਕੀਤੀ। ਤੁਸੀਂ ਪ੍ਰਸ਼ਨ ਜਿਹੜਾ ਮੈਨੂੰ ਪੁੱਛਿਆ ਉਹ ਇਹ ਪੁੱਛਿਆ ਕਿ ਹਾਂ ਕਿ ਇਸ ਬਿੱਲ ਦੇ ਆਉਣ ਦੇ ਨਾਲ ਹੁਣ ਸਰਕਾਰੀ ਖਜ਼ਾਨੇ ਤੇ ਕੀ ਅਸਰ ਪਏਗਾ। ਕੁਦਰਤੀ ਤੌਰ ਤੇ ਜਿਸ ਤਰੀਕੇ ਨਾਲ ਹਰਪਾਲ ਸਿੰਘ ਚੀਮਾ ਹੁਣੀ ਇਹ ਗੱਲ ਕਹਿੰਦੇ ਨੇ ਕਿ ਇਹ ਬਿੱਲ ਆਇਆ ਤੇ ਇਹਦੇ ਨਾਲ ਸਰਕਾਰੀ ਖਜ਼ਾਨੇ ਤੇ ਜਿਹੜਾ ਵਿੱਤੀ ਬੋਝ ਨਜਾਇਜ਼ ਪੈ ਰਿਹਾ ਸੀ ਕਰੋੜਾਂ ਦੇ ਰੂਪ ਦੇ ਵਿੱਚ, ਉਹ ਹੁਣ ਘਟੇਗਾ। ਤਾਂ ਉਹ ਸਾਰਾ ਬੈਲੈਂਸ ਜਿਹੜਾ ਪੰਜਾਬ ਦੇ ਲੋਕਾਂ ਦੀ ਭਲਾਈ ਤੇ ਖਰਚਿਆ ਜਾਵੇਗਾ। ਸੁਖਵਿੰਦਰ ਜੀ, ਬਹੁਤ ਵਧੀਆ ਸਰਕਾਰ ਦਾ ਉਪਰਾਲਾ ਅਸੀਂ ਕਹਿ ਸਕਦੇ ਹਾਂ। ਪਰ ਦੂਸਰੇ ਬੰਨੇ ਗੱਲ ਇਹ ਵੀ ਨਾਲ ਹੈਗੀ ਆ ਕਿ ਇਹ ਜਿਹੜੀ ਸਕੀਮ ਆ, ਜਿਹੜਾ ਬਿੱਲ ਜਿਹੜਾ ਪਾਸ ਕੀਤਾ ਗਿਆ, ਜਿਹੜਾ ਹੁਣ ਕਾਨੂੰਨ ਦੇ ਰੂਪ ਦੇ ਵਿੱਚ ਲਾਗੂ ਹੋ ਗਿਆ, ਕੀ ਇਹ ਬਾਕੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਵੀ ਅੰਦਰੋਂ ਅੰਦਰੀ ਚੰਗਾ ਲੱਗਦਾ ਹੋਊਗਾ? ਕਿਉਂਕਿ ਬੜੇ ਵਿਧਾਇਕ ਕੁਝ ਇਸ ਤਰ੍ਹਾਂ ਦੇ ਨੇ ਕਿ ਜਿਨ੍ਹਾਂ ਨੇ ਇਹ ਗੱਲ ਸੋਚਣੀ ਆ
ਕਿ ਹਾਂ ਭਈ ਅਸੀਂ ਤਾਂ ਇੱਕ ਵਾਰੀ ਬਣ ਗਏ, ਪਿਛਲੀਆਂ ਸਰਕਾਰਾਂ ਵਾਲੇ ਕਿੰਨੀ ਵਾਰੀ ਲੁੱਟ ਕੇ ਲੈ ਗਏ। ਤਾਂ ਮਾਨ ਭੱਤੇ ਨੂੰ ਲੈ ਕੇ ਮੌਜੂਦਾ ਵਿਧਾਇਕਾਂ ਦੇ ਵਿਚਕਾਰ ਵੀ ਤਕਰਾਰ ਜਿਹੜੀ ਆ ਉਹ ਮੰਗ ਜਿਹੜੀ ਹੈ ਸਰਕਾਰ ਪਾਸੋਂ ਕੀਤੀ ਜਾ ਰਹੀ ਹੈ। ਹਰਪਾਲ ਸਿੰਘ ਚੀਮਾ ਉਹਨਾਂ ਨੇ ਇਹ ਗੱਲ ਤਾਂ ਕਹਿ ਦਿੱਤੀ ਕਿ ਇਹਦੇ ਨਾਲ ਵਿੱਤੀ ਬੋਝ ਜਿਹੜਾ ਘਟੇਗਾ ਔਰ ਸਰਕਾਰੀ ਖਜ਼ਾਨਾ ਵਧੇਗਾ। ਪਰ ਸੁਖਵਿੰਦਰ ਜੀ ਦੂਜੇ ਪਾਸੇ ਸਰਕਾਰ ਦੀ ਜਿਹੜੀ ਪੋਲ ਆ ਵੱਖ-ਵੱਖ ਮਹਿਕਮੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਅਸੀਂ ਕਹਿ ਸਕਦੇ ਕਿ ਫੰਡਾਂ ਦੀ ਜਿਹੜੀ ਦੁਰਵਰਤੋਂ ਹੋ ਰਹੀ ਆ ਉਹ ਦੂਜੇ ਪਾਸੇ ਨਿਕਲਦਾ ਜਾ ਰਿਹਾ ਕੰਮ। ਖੈਰ ਸਰਕਾਰ ਦਾ ਇਹ ਫੈਸਲਾ ਜਿਹੜਾ ਆ ਕੁਦਰਤੀ ਤੌਰ ਤੇ ਝਟਕਿਆ ਤਾਂ ਲੱਗੇਗਾ ਹੀ। ਜਿਹੜੇ ਇੰਨੇ ਸਾਬਕਾ ਵਿਧਾਇਕ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਜਿਹੜੇ ਕਈ ਵਾਰੀ ਰਹਿ ਚੁੱਕੇ ਨੇ ਉਹਨਾਂ ਨੂੰ ਪੈਨਸ਼ਨ ਜਦੋਂ ਇੱਕ ਮਿਲਣੀ ਆਪਾਂ ਜੇ ਲੋਕਾਂ ਦੇ ਆਪਾਂ ਸੰਦਰਭ ਦੀ ਗੱਲ ਕਰੀਏ ਤਾਂ ਲੋਕਾਂ ਵਾਲੇ ਪਾਸੋਂ ਇੱਕ ਵਧੀਆ ਫੈਸਲਾ ਜਿਹੜਾ ਹੋ ਸਕਦਾ। ਪਰ ਇਹ ਵੀ ਗੱਲ ਨਾਲ ਹੈ ਕਿ ਇਧਰੋਂ ਪੈਸਾ ਬਚਾ ਕੇ ਦੂਜੇ ਪਾਸੇ ਇਸ਼ਤਿਹਾਰਾਂ ਵਾਲੇ ਪਾਸੇ ਜਿਹੜੀ ਸਰਕਾਰ ਵਰਤ ਰਹੀ ਹੈ, ਚੋਰ ਮੋਰੀਆਂ ਰਾਹੀਂ ਪੈਸਾ ਕੱਢ ਰਹੀ ਹੈ, ਉਸ ਤੇ ਵੀ ਜਿਹੜਾ ਉਹਨਾਂ ਦੇ ਵੱਲੋਂ ਜਿਹੜਾ ਉਹ ਵਿਰਾਮ ਲਾਉਣਾ ਚਾਹੀਦਾ, ਉਹਨੂੰ ਰੋਕਣਾ ਚਾਹੀਦਾ। ਠੀਕ ਹੈ, ਚੰਗਾ ਫੈਸਲਾ ਹੈ। ਲੋਕ ਵੀ ਇਹੀ ਗੱਲਾਂ ਜਿਹੜੀਆਂ ਉਹ ਚਾਹੁੰਦੇ ਸੀ, ਕਿਉਂਕਿ ਸੇਵਾ ਦੀ ਗੱਲ ਕਰਕੇ ਜਿਹੜੇ ਲੀਡਰ ਸੱਤਾ ਦੇ ਵਿੱਚ ਆਉਂਦੇ ਨੇ ਜਾਂ ਪੋਲਿਟਿਕਸ ਦੇ ਵਿੱਚ ਆਉਂਦੇ ਨੇ ਉਹ ਮੇਵਾ ਜ਼ਿਆਦਾ ਲੈਂਦੇ ਨੇ, ਸੇਵਾ ਘੱਟ ਕਰਦੇ ਨੇ। ਤਾਂ ਮੈਨੂੰ ਲੱਗਦਾ ਕਿ ਇਹ ਇੱਕ ਵਧੀਆ ਫੈਸਲਾ ਜ਼ਰੂਰ ਹੋ ਗਿਆ ਔਰ ਇਹ ਫੈਸਲੇ ਦਾ ਜ਼ਿਆਦਾ ਅਸਰ ਜਾਂ ਜ਼ਿਆਦਾ ਫਾਇਦਾ ਅਣਖੀ ਸਾਹਿਬ ਉਦੋਂ ਹੀ ਦੇਖਣ ਨੂੰ ਮਿਲੇਗਾ ਜਦੋਂ, ਜਿਵੇਂ ਤੁਸੀਂ ਗੱਲ ਕੀਤੀ ਹੈ, ਚੋਰ ਮੋਰੀਆਂ ਰਾਹੀਂ ਨਿਕਲ ਰਹੇ ਪੈਸੇ ਦੀ ਦੂਜੇ ਸੂਬਿਆਂ ਦੇ ਵਿੱਚ ਵਰਤੇ ਜਾ ਰਹੇ ਪੰਜਾਬ ਦੇ ਸਰਕਾਰੀ ਖਜ਼ਾਨੇ ਦੀ ਜੇ ਇਹ ਰੋਕਿਆ ਜਾਊਗਾ ਤਾਂ ਫਿਰ ਬਹੁਤ ਜ਼ਿਆਦਾ ਫਾਇਦਾ ਹੋਊਗਾ ਔਰ ਸਰਕਾਰ ਲਈ ਵੀ ਜਿਹੜਾ ਉਹ ਸੌਖਾ ਰਹੂਗਾ। ਵਧੀਆ ਫੈਸਲਾ ਜਿਹੜਾ ਆਪਾਂ ਆਪਣੇ ਚੈਨਲ ਦੇ ਮਾਧਿਅਮ ਦੇ ਰਾਹੀਂ ਵੀ ਇਸ ਫੈਸਲੇ ਦੀ ਜਿਹੜੀ ਸ਼ਲਾਘਾ ਕਰਦੇ ਹਾਂ ਔਰ ਨਾਲ ਹੀ ਨਾਲ ਅਪੀਲ ਕਰਦੇ ਹਾਂ ਕਿ ਦੂਜੇ ਪਾਸੇ ਜਾਂਦਾ ਪੈਸਾ ਵੀ ਜਿਹੜਾ ਉਹ ਰੋਕਿਆ ਜਾਵੇ। ਅਣਖ ਸਾਹਿਬ ਅਗਲੀ ਖਬਰ ਆਪਾਂ ਜੇ ਲੈ ਲਈਏ, ਰਾਜਾ ਵੜਿੰਗ ਬੜੇ ਜਦੋਂ ਪ੍ਰਧਾਨ ਬਣੇ ਤੇ ਉਦੋਂ ਤੋਂ ਹੀ ਉਹ ਗੱਲਾਂ ਕਹਿੰਦੇ ਆਏ ਆ ਕਿ ਮੈਂ ਡਿਸਿਪਲਿਨ ਜਿਹੜਾ ਭੰਗ ਨਹੀਂ ਹੋਣ ਦੇਣਾ, ਡਿਸਿਪਲਿਨ, ਡਾਇਲੌਗ ਤੇ ਡੈਡੀਕੇਸ਼ਨ, ਇਹ 3 D ਦੀ ਗੱਲ ਕਰਦੇ ਸੀ। ਪਰ ਪ੍ਰਨੀਤ ਕੌਰ ਨੇ ਤਾਂ ਕੋਈ ਡੀ ਵੀ ਨਹੀਂ ਜਿਹੜੀ ਆ ਉਹ ਨਹੀਂ ਮੰਨੀ, ਨਾ ਉਹ ਡਿਸਿਪਲਿਨ ਦੇ ਵਿੱਚ, ਨਾ ਉਹ ਡੈਡੀਕੇਸ਼ਨ ਦੇ ਵਿੱਚ, ਨਾ ਉਹ ਹੋਰ ਕਿਸੇ ਦੇ ਵਿੱਚ। ਉਹ ਜਿਹੜੇ ਲਗਾਤਾਰ ਭਾਜਪਾ ਦੇ ਹੱਕ ਦੇ ਵਿੱਚ ਜਿਹੜੀਆਂ ਉਹ ਮੀਟਿੰਗਾਂ ਕਰੀ ਜਾ ਰਹੇ ਨੇ, PLC ਦੇ ਲੀਡਰਾਂ ਦੇ ਨਾਲ ਮੀਟਿੰਗਾਂ ਕਰੀ ਜਾ ਰਹੇ ਨੇ, ਕਾਂਗਰਸ ਦੀ ਕਿਸੇ ਮੀਟਿੰਗ ਦੇ ਵਿੱਚ ਮੀਟਿੰਗ ਦਾ ਜਿਹੜਾ ਉਹ ਹਿੱਸਾ ਨਹੀਂ ਬਣਦੇ, ਤਾਂ ਸਿੱਧੇ ਤੌਰ ਤੇ ਫਿਰ ਕੀ ਸਮਝੀਏ ਇਸ ਚੀਜ਼ ਨੂੰ? ਕਾਂਗਰਸ ਉਹਨਾਂ ਨੂੰ ਬਾਹਰ ਨਹੀਂ ਕੱਢ ਰਹੀ, ਰਾਜਾ ਵੜਿੰਗ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰ ਪਾ ਰਹੇ, ਪਰ ਪ੍ਰਨੀਤ ਕੌਰ ਲਗਾਤਾਰ ਬਾਗੀ ਸੁਰਾਂ ਅਪਣਾਏ ਹੋਏ ਹੈ। ਬਾਗੀ ਸੁਰਾਂ ਕੀ, ਉਹ ਤਾਂ ਬੈਠੇ BJP ਦੇ ਵਿੱਚ ਆ, ਤਾਂ ਆਪਾਂ ਇਹ ਕਹਿ ਲਓ ਕਾਂਗਰਸ ਦੀ ਸਿਰਫ ਇੱਕ ਉਹਨਾਂ ਦੇ ਕੋਲੇ ਇਹ ਕਹਿ ਸਕਦੇ ਹਾਂ ਕਿ ਚੋਣ ਜ਼ਰੂਰ ਉਹਨਾਂ ਨੇ ਵਿੱਚ ਜਿੱਤ ਲਈ, ਪਰ ਹੁਣ ਜਿਹੜਾ ਉਹ ਲਗਾਤਾਰ BJP ਤੇ PLC ਦੇ ਲੀਡਰਾਂ ਦੇ ਨਾਲ ਹੀ ਮੀਟਿੰਗਾਂ ਕਰੀ ਜਾ ਰਹੇ ਆ ਔਰ ਸ਼ਰੇਆਮ ਔਰ ਅਖਬਾਰਾਂ ਦੇ ਵਿੱਚ ਫੋਟੋਆਂ ਵੀ ਲਗਵਾ ਰਹੇ ਆ। ਯਾਨੀ ਕਿ ਫਿਰ ਘਾਟ ਕਿੱਥੇ ਹੈ? ਕੀ ਕੁਝ ਕਿਵੇਂ ਦੇਖਦੇ ਹੋ ਇਸ ਪੂਰੀ ਖਬਰ? ਸੁਖਵਿੰਦਰ ਜੀ, ਕੱਲ ਜਿਸ ਤਰੀਕੇ ਨਾਲ ਮੋਤੀ ਮਹਿਲ 'ਚ ਮੀਟਿੰਗ ਹੁੰਦੀ ਹੈ ਔਰ ਪ੍ਰਨੀਤ ਕੌਰ ਹੁਣੀ ਉਸ ਮੀਟਿੰਗ ਦੇ ਵਿੱਚ ਹਿੱਸਾ ਲੈਂਦੇ ਨੇ। ਮੀਟਿੰਗ ਜਿਹੜੀ PLC ਦੀ ਹੈਗੀ ਆ, ਮੀਟਿੰਗ ਜਿਹੜੀ ਪੰਜਾਬ ਲੋਕ ਕਾਂਗਰਸ ਪਾਰਟੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਪ੍ਰਧਾਨ ਨੇ ਉਸ ਦੀ ਮੀਟਿੰਗ ਹੁੰਦੀ ਹੈ ਔਰ ਮੈਡਮ ਜਿਹੜੇ ਪ੍ਰਨੀਤ ਕੌਰ ਵਿੱਚ ਬੈਠਦੇ ਨੇ ਔਰ ਇਹ ਐਲਾਨ ਹੋਣਾ ਬਾਕੀ ਹੈ ਔਰ ਫੈਸਲਾ ਕੀਤਾ ਗਿਆ ਕਿ ਆਉਂਦੇ ਦਿਨਾਂ 'ਚ PLC ਦਾ ਪੰਜਾਬ ਲੋਕ ਕਾਂਗਰਸ ਪਾਰਟੀ ਦਾ ਜਿਹੜਾ ਮਿਲਾਵਟ ਅਸੀਂ ਕਹਿ ਸਕਦੇ ਕਿ ਵਿਲੀਨ ਉਸਨੂੰ ਭਾਰਤੀ ਜਨਤਾ ਪਾਰਟੀ ਦੇ ਵਿੱਚ ਕਰ ਦਿੱਤਾ ਜਾਵੇਗਾ। ਭਾਵ ਜਿੰਨੇ ਵੀ ਉਸਦੇ ਕਾਰਕੁਨ ਨੇ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਸਾਰੇ ਉਹ ਜਿਹੜੇ ਨੇ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਣਗੇ। ਭਾਵ ਪੰਜਾਬ ਲੋਕ ਕਾਂਗਰਸ ਪਾਰਟੀ ਭਾਜਪਾ ਦੇ ਵਿੱਚ ਚਲੀ ਜਾਏਗੀ ਪੂਰੀ ਦੀ ਪੂਰੀ। ਇਹਦੇ ਨਾਲ ਸਾਫ਼ ਤੌਰ ਤੇ ਇਹ ਗੱਲ ਜ਼ਾਹਿਰ ਹੋ ਗਈ ਕਿ ਮਹਾਰਾਣੀ ਪ੍ਰਨੀਤ ਕੌਰ ਹੁਣੀ ਹੁਣ PLC ਦਾ ਭਾਜਪਾ ਦਾ ਹਿੱਸਾ ਬਣ ਕੇ ਵਿਚਰਨਗੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਜੇਕਰ ਭਾਜਪਾ 'ਚ ਜਾਂਦੇ ਨੇ ਤਾਂ ਕੁਦਰਤੀ ਤੌਰ ਤੇ ਉਹਨਾਂ ਨੂੰ ਜਾਣਾ ਪਏਗਾ, ਉਹ ਵੀ ਜਾਣ ਕੇ। ਤੁਸੀਂ ਰਾਜਾ ਵੜਿੰਗ ਦੇ ਸੰਬੰਧ ਵਿੱਚ ਗੱਲ ਕੀਤੀ ਕਿ ਰਾਜਾ ਵੜਿੰਗ ਜਿਹੜੇ ਨੇ ਉਹ ਕਹਿ ਰਹੇ ਨੇ ਕਿ 3 D ਜਿਹੜੇ ਸੀ ਉਹਨਾਂ ਨੇ ਕਹੇ ਸੀ, ਇੱਕ ਡਾਇਲਾਗ ਸੀ, ਇੱਕ ਡਿਸਿਪਲਿਨ ਸੀ ਤੇ ਇੱਕ ਡੈਡੀਕੇਸ਼ਨ ਸੀ। ਇਹਨਾਂ ਤਿੰਨਾਂ ਦੇ ਵਿੱਚੋਂ ਹੀ ਆਪਣੇ ਸੁਖਵਿੰਦਰ ਪ੍ਰਨੀਤ ਕੌਰ ਹੋਣਾ ਨੇ ਕੁਝ ਵੀ ਜਿਹੜਾ ਨਹੀਂ ਮੰਨਿਆ। ਉਹਨਾਂ ਨੇ ਜਿਹੜੀ ਗੱਲ ਕੀਤੀ, ਜਿਸ ਤਰ੍ਹਾਂ ਰਾਜਾ ਵੜਿੰਗ ਜਦੋਂ ਆਏ ਤਾਂ ਉਹਨਾਂ ਨੇ ਇੰਨੀ ਗੱਲ ਕਹੀ ਕਿ ਪ੍ਰਨੀਤ ਕੌਰ ਹੋਣਾ ਦੇ ਖਿਲਾਫ ਜਿਹੜੀ ਹੈ ਕਾਰਵਾਈ ਜਿਹੜੀ ਹੈ ਉਹ ਜ਼ਰੂਰ ਕੀਤੀ ਜਾਊਗੀ, ਪਰ ਕਾਰਵਾਈ ਜਿਹੜੀ ਜ਼ਰੂਰ ਕੀਤੀ ਜਾਊਗੀ। ਹਾਲਾਂਕਿ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਵੀ ਕਾਂਗਰਸ ਹਾਈਕਮਾਨ ਨੇ ਜਿਹੜਾ ਜਾਰੀ ਕਰ ਦਿੱਤਾ, ਪਰ ਨਾ ਉਹ ਕਾਰਨ ਦੱਸੋ ਨੋਟਿਸ ਦਾ ਕੋਈ ਜਵਾਬ ਜਿਹੜਾ ਆਪਣੇ ਸੁਖਵਿੰਦਰ ਮਹਾਰਾਣੀ ਪ੍ਰਨੀਤ ਕੌਰ ਨੇ ਕਾਂਗਰਸ ਪਾਰਟੀ ਨੂੰ ਦਿੱਤਾ ਤੇ ਨਾ ਹੀ ਕਾਂਗਰਸ ਦੀ ਹਾਈਕਮਾਨ ਨੇ ਪ੍ਰਨੀਤ ਕੌਰ ਦੇ ਖਿਲਾਫ ਕੋਈ ਕਾਰਵਾਈ ਜਿਹੜੀ ਕੀਤੀ। ਤਾਂ ਪ੍ਰਨੀਤ ਕੌਰ ਉਹਨਾਂ ਨੂੰ ਇਸ ਗੱਲ ਦਾ ਪਤਾ
ਕਿ ਜਿਹੜੀ ਮੌਜੂਦਾ ਪੰਜਾਬ ਦੀ ਕਾਂਗਰਸ ਇਕਾਈ ਆ ਉਹਨਾਂ ਦੇ ਖਿਲਾਫ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰਨ ਤੋਂ ਪੂਰਨ ਤੌਰ ਤੇ ਅਸਮਰੱਥ ਹੈਗੀ ਆ, ਕਿਉਂਕਿ ਉਨੀ ਇੱਛਾ ਸ਼ਕਤੀ ਰਾਜਾ ਵੜਿੰਗ 'ਚ ਨਹੀਂ ਹੈਗੀ, ਜਾਂ ਰਾਜਾ ਵੜਿੰਗ ਉਸ ਕੈਪੈਸਿਟੀ ਦੀ ਅਸੀਂ ਕਹਿ ਸਕਦੇ ਕਿ ਉਨੀ ਤਾਕਤ ਰੱਖਦੇ ਹੀ ਨਹੀਂ ਕਿ ਪ੍ਰਨੀਤ ਕੌਰ ਦੇ ਖਿਲਾਫ ਕੋਈ ਕਾਰਵਾਈ ਕਰ ਸਕਣ। ਬੇਸ਼ੱਕ ਉਹ ਪ੍ਰਧਾਨ ਹਨ, ਪਰ ਉਹਨਾਂ ਦੀ ਪ੍ਰਧਾਨਗੀ ਜਿਹੜੀ ਸਿਰਫ ਕਾਗਜ਼ੀ ਪੱਤਰੀ ਤੱਕ ਹੀ ਸੀਮਤ ਆ, ਜਾਂ ਫਿਰ ਉਹ ਛੋਟੇ-ਮੋਟੇ ਜਿਹੜੇ ਕਾਂਗਰਸ ਦੇ ਵਰਕਰ ਦੇ ਉਹਨਾਂ ਨੂੰ ਕੱਢਣ ਤੱਕ ਹੀ ਸੀਮਤ ਆ। ਪ੍ਰਨੀਤ ਕੌਰ ਵਰਗੇ ਇੱਕ ਕਾਂਗਰਸ ਦੇ ਜਿਹੜੇ ਪੁਰਾਣੇ ਥੰਮ ਨੇ, ਜਾਂ ਅਸੀਂ ਕਹਿ ਸਕਦੇ ਕਿ ਕਾਂਗਰਸ ਦੇ ਵਿੱਚ ਜਿਨ੍ਹਾਂ ਦਾ ਇੱਕ ਤਕੜਾ ਹੋਲਡ ਆ, ਰਾਜਾ ਵੜਿੰਗ ਉੱਥੇ ਕਾਰਵਾਈ ਕਰਨ ਤੋਂ ਪੂਰਨ ਤੌਰ ਤੇ ਅਸਮਰੱਥ ਨਜ਼ਰ ਆਉਂਦੇ ਨੇ। ਤਾਂ ਜਿਹੜਾ 3D ਦਾ ਜਿਹੜਾ ਮੰਤਰ ਦਿੱਤਾ ਸੀ ਉਹ ਸਿਰਫ ਤੇ ਸਿਰਫ ਉਹਨਾਂ ਨੇ ਆਪਣੇ ਤਾਜਪੋਸ਼ੀ ਦੇ ਸਮੇਂ ਉਹ ਸਮੇਂ ਦਿੱਤਾ ਜਦੋਂ ਲੋਕਾਂ ਦੇ ਵਿੱਚ ਉਹਨਾਂ ਨੇ ਇਹ ਪ੍ਰਭਾਵ ਸਿਰਜਣ ਦੀ ਕੋਸ਼ਿਸ਼ ਕੀਤੀ ਕਿ ਮੈਂ ਵੀ ਕੁਝ ਹਾਂ। ਪਰ ਦੂਜੇ ਪਾਸੇ ਪ੍ਰਨੀਤ ਕੌਰ ਦੀਆਂ ਜਿਹੜੀਆਂ ਕਾਂਗਰਸ ਵਿਰੋਧੀ ਗਤੀਵਿਧੀਆਂ ਨੇ ਉਸੇ ਤਰੀਕੇ ਨਾਲ ਜਾਰੀ ਨੇ ਜਿਸ ਤਰੀਕੇ ਨਾਲ ਪਹਿਲਾਂ ਜਾਰੀ ਸਨ। ਜਦੋਂ ਪਿੱਛੇ ਜੇ ਚੋਣਾਂ ਹੁੰਦੀਆਂ ਨੇ ਤਾਂ ਉਹਨਾਂ ਨੇ ਕਾਂਗਰਸ ਦੇ ਉਮੀਦਵਾਰਾਂ ਦੀ ਜਿਹੜੀ ਮਾਫ ਕਰਦਾ ਭਾਜਪਾ ਦੇ ਉਮੀਦਵਾਰਾਂ ਦੀ ਜਿਹੜੀ ਹਮਾਇਤ ਜਿਹੜੀ ਕੀਤੀ, ਕਿਤੇ ਵੀ ਖੁੱਲ ਕੇ ਉਹਨਾਂ ਨੇ ਕਾਂਗਰਸੀ ਉਮੀਦਵਾਰਾਂ ਦੀ ਚੋਣ ਰੈਲੀਆਂ ਜਾਂ ਹੱਕ ਦੇ ਵਿੱਚ ਰੈਲੀ ਨਹੀਂ ਸੀ ਕੀਤੀ। ਹੁਣ ਦੂਜੇ ਪਾਸੇ ਇਹ ਵੀ ਪਤਾ ਲੱਗਾ ਕਿ ਜਿਹੜੀ ਉਹਨਾਂ ਦੀ ਬੇਟੀ ਆ ਉਹ ਜਿਹੜੇ ਨੇ ਉਹ ਪੂਰਨ ਤੌਰ ਤੇ ਭਾਜਪਾ ਦੇ ਵਿੱਚ ਸ਼ਾਮਲ ਹੋ ਕੇ ਤੇ ਪੰਜਾਬ ਲੋਕ ਕਾਂਗਰਸ ਪਾਰਟੀ ਦੀ ਜਿਹੜੀ ਆ ਅਗਵਾਈ ਕਰਨਗੇ। ਸੋ ਇਹਨਾਂ ਸਾਰੇ ਸੰਦਰਭਾਂ ਦੇ ਵਿੱਚ ਅਸੀਂ ਸੁਖਵਿੰਦਰ ਇਹ ਗੱਲ ਕਰੀਏ ਕਿ ਆਉਂਦਿਆਂ ਦਿਨਾਂ 'ਚ ਖਾਸ ਤੌਰ ਤੇ 2024 ਤੱਕ ਤਾਂ ਪ੍ਰਨੀਤ ਕੌਰ ਨੂੰ ਪਾਰਟੀ ਨਾ ਕੱਢੇਗੀ ਤੇ ਨਾ ਹੀ ਪ੍ਰਨੀਤ ਕੌਰ ਕਾਂਗਰਸ ਪਾਰਟੀ ਦਾ ਸਾਥ ਛੱਡੇਗੀ। ਬੇਸ਼ੱਕ ਪੰਜਾਬ ਲੋਕ ਕਾਂਗਰਸ ਪਾਰਟੀ ਦਾ ਕਾਂਗਰਸ ਪਾਰਟੀ ਦਾ ਸਾਥ ਨਹੀਂ ਛੱਡੇ, ਸਾਥ ਤਾਂ ਉਹਨਾਂ ਨੇ ਛੱਡਿਆ ਹੀ ਹੋਇਆ ਕਿ ਸਭ ਕਾਂਗਰਸ ਪਾਰਟੀ ਜਿਹੜੀ ਸੀਟ ਤੇ ਉਹ ਬੈਠ ਕੇ ਉਹਨਾਂ ਦੇ ਐਮਪੀ ਆ ਉਹ ਸੀਟ ਨਹੀਂ ਛੱਡੇਗੀ, ਇਹ ਆਪਾਂ ਜ਼ਰੂਰ ਕਹਿ ਸਕਦੇ ਹਾਂ। ਸਾਥ ਤਾਂ ਛੱਡਿਆ ਹੀ ਹੋਇਆ। ਚਲੋ ਜੀ ਬਿਲਕੁਲ ਤੁਸੀਂ ਦੁਰਸਤ ਕਹਿ ਰਹੇ ਜੀ, ਵਧੀਆ ਸ਼ਬਦਾਂ 'ਚ ਤੁਸੀਂ ਇਸ ਨੂੰ ਕਰ ਦਿੱਤਾ। ਜਾਂ ਅਸੀਂ ਇਸ ਤਰੀਕੇ ਨਾਲ ਕਹਿ ਲਈਏ ਕਿ ਕਾਂਗਰਸ ਪਾਰਟੀ ਜਿਹੜੀ ਆ 2024 ਤੱਕ ਉਹਨਾਂ ਨੂੰ ਖਿਲਾਫ ਕਾਰਵਾਈ ਨਹੀਂ ਕਰੂਗੀ ਕਿ ਚਲੋ ਠੀਕ ਆ ਨਾਲ ਸਾਡੇ ਜੁੜੇ ਨੇ। 2024 ਦੀਆਂ ਤੁਸੀਂ ਦੇਖਣਾ ਕਿ ਜਦੋਂ ਚੋਣਾਂ ਦਾ ਐਲਾਨ ਹੁੰਦਾ ਤਾਂ ਬਕਾਇਦਾ ਤੌਰ ਤੇ ਪ੍ਰਨੀਤ ਕੌਰ ਹੁਣੀ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਦੀ ਟਿਕਟ ਤੋਂ ਹੋ ਸਕਦਾ ਕਿ ਪਟਿਆਲੇ ਤੋਂ ਹੀ ਚੋਣ ਲੜਨ। ਇਹੋ ਜਿਹੀਆਂ ਸੰਭਾਵਨਾਵਾਂ ਜਿਹੜੀਆਂ ਉਹ ਦਿਖਾਈ ਦੇ ਰਹੀਆਂ ਨੇ। ਜਾਂ ਉਹਨਾਂ ਦੀ ਬੇਟੀ ਜਿਹੜੀ ਇੰਦਰਜੀਤ ਕੌਰ, ਮਾਫ ਕਰਦਾ ਮੈਂ ਸ਼ਾਇਦ ਗਲਤ ਨਾਮ ਲੈ ਰਿਹਾ ਹੋਵਾਂ, ਜਾਂ ਉਹਨਾਂ ਦੀ ਬੇਟੀ ਜਿਹੜੀ ਆ ਜੈਇੰਦਰ ਕੌਰ ਜਿਹੜੀ ਹੈ, ਬੀਬਾ ਜੈਇੰਦਰ ਕੌਰ, ਉਹ ਜਿਹੜੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਸੋ ਸੁਖਵਿੰਦਰ ਕਾਂਗਰਸ ਪਾਰਟੀ ਦੀ ਜਿਹੜੀ ਸਥਿਤੀ ਆ ਪੰਜਾਬ ਦੇ ਵਿੱਚ ਤੇ ਕੇਂਦਰ ਦੇ ਵਿੱਚ ਜਿਹੋ ਜਿਹੀ ਹੈਗੀ ਆ ਸਾਰਿਆਂ ਨੂੰ ਪਤਾ ਹੀ ਆ। ਤੁਹਾਨੂੰ ਯਾਦ ਹੋਵੇਗਾ ਕਿ ਸੁਨੀਲ ਜਾਖੜ ਦੀ ਇੱਕ ਦਿਨ ਇੰਟਰਵਿਊ ਆਈ ਸੀ ਪਿੱਛੇ ਜੇ। ਸੁਨੀਲ ਜਾਖੜ ਨੇ ਇਹ ਗੱਲ ਕਹੀ ਕਿ ਪੰਜਾਬ ਦੇ ਵਿੱਚ ਹੋ ਸਕਦਾ ਕਿ ਅੱਜ ਤੋਂ 5 ਜਾਂ 7 ਸਾਲਾਂ ਨੂੰ 10 ਸਾਲਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਉੱਠ ਜਾਵੇ, ਪਰ ਜਿਹੜੀ ਕਾਂਗਰਸ ਦੀ ਸਥਿਤੀ ਹੈ ਇਹ ਉੱਠਣਯੋਗ ਨਹੀਂ ਹੈਗੀ। ਕਾਂਗਰਸ ਪੰਜਾਬ ਦੇ ਵਿੱਚੋਂ ਇੱਕ ਕਿਸਮ ਦੇ ਨਾਲ ਖਤਮ ਹੋਣ ਦੇ ਕਿਨਾਰੇ ਆ। ਖਾਸ ਤੌਰ ਤੇ ਪੰਜਾਬ ਦੀ ਮੌਜੂਦਾ ਕਾਂਗਰਸ ਦੀ ਲੀਡਰਸ਼ਿਪ ਜਿਹੜੀ ਹੈ ਉਹ ਲੋਕਾਂ ਨੂੰ, ਵਰਕਰਾਂ ਨੂੰ ਉਸ ਤਰੀਕੇ ਨਾਲ ਲੈ ਚੱਲਣ ਤੋਂ ਪੂਰਨ ਤੌਰ ਤੇ ਅਸਮਰੱਥ ਆ ਜਿਸ ਤਰੀਕੇ ਨਾਲ ਪੁਰਾਣੇ ਸਮੇਂ 'ਚ ਲੀਡਰ ਜਿਹੜੇ ਖੜਦੇ ਰਹੇ ਆ। ਇਸ ਵੇਲੇ ਕਾਂਗਰਸ ਦੀ ਤੁਸੀਂ ਗੱਲ ਕਰ ਲਓ, ਕੋਈ ਵੀ ਜਿਹੜਾ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਦੀ ਜੇਕਰ ਇੱਛਾ ਸ਼ਕਤੀ ਇੰਨੀ ਤਾਕਤਵਰ ਹੁੰਦੀ ਕਿ ਉਹਨਾਂ ਦੇ ਕਲੀਅਰ ਕੱਟ ਸਾਹਮਣੇ ਬਰਾਬਰ ਪ੍ਰਨੀਤ ਕੌਰ ਹੁਣੀ ਕਾਂਗਰਸ ਵਿਰੋਧੀ ਗਤੀਵਿਧੀਆਂ 'ਚ ਉਲਝੇ ਪਏ ਨੇ। ਤੇ ਦੂਸਰੇ ਬੰਨੇ ਕਈ ਵਾਰ ਪ੍ਰਨੀਤ ਕੌਰ ਹੁਣਾਂ ਨੇ ਇਹ ਵੀ ਗੱਲ ਕਹੀ ਹੈ ਕਿ ਜੇਕਰ ਹਿੰਮਤ ਆਦਮੀ ਨੂੰ ਕਾਂਗਰਸ ਚੋਂ ਕੱਢ ਕੇ ਵਿਖਾਓ। ਸੋ ਅਜਿਹੀਆਂ ਸਥਿਤੀਆਂ ਦੇ ਵਿੱਚ ਜਦੋਂ ਇੱਕ ਪਾਸੇ ਤੁਸੀਂ ਡਾਇਲੌਗ ਦੀ ਗੱਲ ਕਰਦੇ, ਸੰਵਾਦ ਦੀ ਗੱਲ ਕਰਦੇ ਜੇ, ਤਾਂ ਦੂਜੇ ਪਾਸੇ ਤੁਹਾਡੇ ਵਿਰੋਧੀ ਸ਼ਰੇਆਮ ਤੁਹਾਨੂੰ ਥ੍ਰੈਟ ਕਰਨ ਦੇ ਕਿ ਹਾਂ ਤੁਹਾਡੇ 'ਚ ਹਿੰਮਤ ਆ ਤਾਂ ਕੱਢ ਕੇ ਵਿਖਾਓ, ਤਾਂ ਫਿਰ ਇਸ ਦਾ ਜਿਹੜੀ ਜ਼ਿੰਮੇਵਾਰੀ ਜਿਹੜੀ ਬਣਦੀ ਆ ਉਸ ਪ੍ਰਧਾਨ ਦੀ ਬਣਦੀ ਆ ਕਿ ਜਿਹੜਾ ਪ੍ਰਧਾਨ ਕਾਂਗਰਸ ਦਾ ਪੰਜਾਬ ਨੂੰ ਇਸ ਵੇਲੇ ਲੀਡ ਕਰਦਾ ਪਿਆ, ਪੰਜਾਬ ਦੇ ਵਿੱਚ ਕਾਂਗਰਸ ਨੂੰ ਲੈ ਕੇ ਲੀਡ ਕਰਦਾ ਪਿਆ, ਤਾਂ ਇੱਥੇ ਉਸ ਦੀ ਇੱਛਾ ਸ਼ਕਤੀ, ਉਸ ਦਾ ਡਿਸਿਪਲਿਨ, ਉਸ ਦਾ ਅਨੁਸ਼ਾਸਨ ਤੇ ਪਾਰਟੀ ਉੱਤੇ ਪਕੜ ਕਿੰਨੀ ਕੁ ਮਜ਼ਬੂਤ ਆ ਤੇ ਕਿੰਨੀ ਕੁ ਢਿੱਲੀ ਆ ਸਾਫ਼ ਜਗ ਜ਼ਾਹਰ ਹੋ ਜਾਂਦਾ। ਸੋ ਪ੍ਰਨੀਤ ਕੌਰ ਹੁਣਾਂ ਦੀਆਂ ਇਹ ਗਤੀਵਿਧੀਆਂ ਜਿਸ ਤਰੀਕੇ ਨਾਲ ਕੱਲ ਮੋਤੀ ਮਹਿਲ ਦੇ ਵਿੱਚ ਉਹਨਾਂ ਦੀ ਮੀਟਿੰਗ ਕੀਤੀ, ਮੀਟਿੰਗ ਤੋਂ ਬਾਅਦ ਇਹ ਵੀ ਐਲਾਨ ਹੋ ਗਿਆ ਤੇ ਇਹ ਵੀ ਪਤਾ ਲੱਗਾ ਕਿ 1 ਜਾਂ 2 ਆਉਂਦਿਆਂ ਦਿਨਾਂ ਦੇ ਵਿੱਚ ਭਾਜਪਾ ਦੇ ਉੱਚ ਨੇਤਾ ਮੋਤੀ ਮਹਿਲ ਦੇ ਵਿੱਚ ਆਉਣਗੇ। ਉੱਥੇ PLC ਦਾ ਔਰ ਜਿਹੜਾ ਅਰਲੇਵਾ ਜਿਹੜਾ ਹੋਵੇਗਾ ਭਾਰਤੀ ਜਨਤਾ ਪਾਰਟੀ ਦੇ ਨਾਲ, ਤੇ ਪ੍ਰਨੀਤ ਕੌਰ ਹੁਣੇ ਵੀ ਵਿੱਚ ਆਉਣਗੇ। ਫਿਰ ਹੁਣ ਇਹ ਵੇਖਣਾ ਹੋਇਆ ਕਿ ਉਸ ਦਿਨ ਕਾਂਗਰਸ ਦੇ ਜਿਹੜੇ ਮੌਜੂਦਾ ਪ੍ਰਧਾਨ ਨੇ ਪੰਜਾਬ ਦੇ ਰਾਜਾ ਵੜਿੰਗ ਤੇ ਦੂਜਾ ਪਾਸੇ ਕੇਂਦਰ ਦੀ ਜਿਹੜੀ ਕਾਂਗਰਸ ਹਾਈ ਕਮਾਨ ਆ ਉਹ ਪ੍ਰਨੀਤ ਕੌਰ ਸੰਬੰਧੀ ਕੀ ਸਟੈਂਡ ਰੱਖਦੇ ਨੇ ਜਾਂ ਕੀ ਐਕਸ਼ਨ ਲੈਂਦੇ ਨੇ, ਕੀ ਸਭ ਕੁਝ ਕੀ ਬਰਦਾਸ਼ਤ ਕਰਨਗੇ, ਸਭ ਕੁਝ ਕੀ ਸਬਰ ਦਾ ਘੁੱਟ ਭਰ ਕੇ ਫਿਰ ਆਉਂਦੀਆਂ ਸਥਿਤੀਆਂ ਨੂੰ ਵਿੰਦੇ ਰਹਿਣਗੇ ਤੇ ਜਾਂ ਫਿਰ ਕੋਈ ਫੈਸਲਾ ਲੈ ਕੇ ਇੱਕ ਤਕੜੀ ਕਾਰਵਾਈ ਉਹਨਾਂ ਦੇ ਖਿਲਾਫ ਕਰਨਗੇ। ਇਹ ਹੁਣ ਆਉਂਦਿਆਂ ਦਿਨਾਂ 'ਚ ਪਤਾ ਜ਼ਰੂਰ ਲੱਗੇਗਾ। ਬਿਲਕੁਲ ਜੀ। ਤਾਂ ਉਧਰ ਆਪਾਂ ਗੱਲ ਕਰ ਲਈਏ, ਕਹਿੰਦੇ ਬਿਜਲੀ ਦੇ ਜ਼ੀਰੋ ਬਿੱਲ ਦੇ ਨਾਲ ਕਹਿੰਦੇ ਸਰਕਾਰ ਨੂੰ ਬੜਾ ਮਾਲੀਏ ਦਾ ਘਾਟਾ ਪੈ ਰਿਹਾ, ਵਿੱਤੀ ਤੌਰ ਤੇ ਕਹਿੰਦੇ ਘਾਟਾ ਪੈ ਰਿਹਾ। ਕੀ ਕੁਝ ਗੱਲਬਾਤ ਹੈ ਇਹਦੇ ਨਾਲ? ਸਰਕਾਰ ਨੇ ਆਪਣੇ ਵੱਲੋਂ ਲੋਕਾਂ ਦੇ ਨਾਲ ਕੀਤਾ ਵਾਅਦਾ ਜਿਹੜਾ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਤਾਂ ਹੁਣ ਪਤਾ ਲੱਗਿਆ ਕਿ ਉਹਦੇ ਨਾਲ ਘਾਟਾ ਬੜਾ ਪੈਣਾ ਹੈ। ਘਾਟਾ ਇਸ ਲਈ ਪੈਣਾ ਹੈ ਕਿ ਇਹਨਾਂ ਤੋਂ
ਉਸ ਤਰੀਕੇ ਦਾ ਰੈਵਨਿਊ ਪੈਦਾ ਨਹੀਂ ਹੋਇਆ ਜਿਹੜੇ ਰੈਵਨਿਊ ਪੈਦਾ ਕਰਕੇ ਇਹ ਸਹੂਲਤਾਂ ਦੇਣ ਦੀ ਗੱਲ ਕਰਦੇ ਸੀ, ਭਾਵ ਕਿ ਫਿਰ ਉਸ ਰੈਵਨਿਊ ਪੈਦਾ ਕਰਨ ਦੇ ਮੁੱਦੇ ਤੇ ਇਹ ਫੇਲ ਹੋ ਗਏ, ਜਾਂ ਫਿਰ ਕੀ ਕੁਝ ਗੱਲਬਾਤ ਤੁਸੀਂ ਸੋਚਦੇ ਹੋ? ਕਿਉਂਕਿ ਜੇ ਘਾਟਾ ਪੈ ਰਿਹਾ ਤਾਂ ਫਿਰ ਪੁਰਾਣੀਆਂ ਸਰਕਾਰਾਂ ਵਾਲਾ ਹੀ ਹਾਲ ਹੋ ਗਿਆ ਨਾ, ਤੁਸੀਂ ਕਰਜ਼ੇ ਲੈ ਲੈ ਕੇ ਘਾਟੇ 'ਚ ਪਾ ਪਾ ਕੇ ਖਜ਼ਾਨੇ ਨੂੰ ਆਪਣੀਆਂ ਜਿਹੜੇ ਵਾਅਦੇ ਕੀਤੇ ਹੋਏ ਸੀਗੇ ਉਹ ਤੁਸੀਂ ਪੂਰੇ ਕਰਨ ਵਾਲੇ ਪਾਸੇ ਨੂੰ, ਇੱਕ ਅੱਧਾ ਵਾਅਦਾ ਪੂਰੇ ਕਰਨ ਵਾਲੇ ਪਾਸੇ ਨੂੰ ਤੁਰ ਰਹੇ ਹੋ, ਤਾਂ ਫਿਰ ਉਹਦਾ ਫਾਇਦਾ ਹੀ ਕੋਈ ਨਹੀਂ। ਤੁਸੀਂ ਇਹ ਗੱਲ ਕਹੀ ਸੀ ਕਿ ਅਸੀਂ ਵਾਅਦੇ ਤਾਂ ਪੂਰੇ ਕਰਾਂਗੇ ਹੀ ਕਰਾਂਗੇ, ਉੱਪਰ ਦੀ ਅਸੀਂ ਜਿਹੜਾ ਅਸੀਂ ਲਾਵਾਂਗੇ ਵੀ ਕਰਜ਼ਾ, ਔਰ ਕਰਜ਼ਾ ਹੋਰ ਚਾੜਾਂਗੇ ਵੀ ਨਹੀਂ, ਔਰ ਪੰਜਾਬ ਦੇ ਜਿਹੜੇ ਰੈਵਨਿਊ ਦੇ ਸੋਰਸਸ ਨੇ ਉਹਨਾਂ ਨੂੰ ਵੀ ਅਸੀਂ ਵਧਾਵਾਂਗੇ। ਤੇ ਜੇ ਘਾਟਾ ਪੈ ਰਿਹਾ ਤਾਂ ਮਤਲਬ ਤੁਸੀਂ ਸੋਰਸਸ ਨਹੀਂ ਵਧਾ ਰਹੇ ਰੈਵਨਿਊ ਦੇ। ਤੁਸੀਂ ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼? ਸੁਖਵਿੰਦਰ, ਤੁਹਾਨੂੰ ਯਾਦ ਹੋਏਗਾ ਕਿ ਇਹ ਸਰਕਾਰ ਨੇ ਜਦੋਂ ਸਰਕਾਰੀ ਖਜ਼ਾਨੇ ਦੇ ਵਿੱਚ ਵਾਧਾ ਕਰਨ ਦੀ ਗੱਲ ਕੀਤੀ ਤਾਂ ਬੜੇ ਵਾਅਦੇ ਕੀਤੇ ਸੀ, ਮਤਲਬ ਦਾਅਵੇ ਕੀਤੇ ਸੀ ਜਿਹੀ ਨੀਤੀ ਲਿਆਵਾਂਗੇ। ਸਭ ਤੋਂ ਵੱਡੀ ਸਰਕਾਰ ਨੇ ਨਾ ਇੱਕ ਆਪਣੀ ਆਬਕਾਰੀ ਨੀਤੀ ਲਿਆਉਣੀ ਦੀ ਗੱਲ ਕੀਤੀ ਸੀ ਕਿ ਮਾਲੀਆ ਜਿਹੜਾ ਸ਼ਰਾਬ ਤੋਂ ਇਕੱਠਾ ਕੀਤਾ ਜਾਵੇਗਾ ਪੰਜਾਬ ਦੇ ਅੰਦਰ ਬੜੇ ਵੱਡੇ ਪੱਧਰ ਤੇ, ਜਿਸ ਤਰੀਕੇ ਨਾਲ ਭਗਵੰਤ ਮਾਨ ਦੀ ਸਰਕਾਰ ਨੇ ਗੱਲ ਕੀਤੀ ਤਾਂ ਉਹ ਨੀਤੀ ਹਾਈ ਕੋਰਟ 'ਚ ਚਲੀ ਗਈ। ਉਹਦੇ ਨੀਤੀ ਦੇ ਖਿਲਾਫ ਐਕਸਾਈਜ਼ ਐਕਟ, ਉਹ ਜਿਹੜੀ ਨੀਤੀ ਬਣਾਈ ਸੀ ਆਬਕਾਰੀ ਨੀਤੀ, ਉਹਦਾ ਕੀ ਫੈਸਲਾ ਹੋਇਆ ਜਾਂ ਕੀ ਨਹੀਂ ਹੋਇਆ ਉਹ ਅਜੇ ਤੱਕ ਕੋਈ ਪਤਾ ਨਹੀਂ ਲੱਗਾ। ਪਰ ਸਰਕਾਰ ਦੀ ਉਹ ਨਵੀਂ ਆਬਕਾਰੀ ਨੀਤੀ ਪੰਜਾਬ 'ਚ ਲਾਗੂ ਨਹੀਂ ਹੋਈ, ਜਿਹਦੇ ਤੋਂ ਸਰਕਾਰ ਇਹ ਚਾਹੁੰਦੀ ਸੀ ਕਿ ਅਸੀਂ ਸਰਕਾਰੀ ਖਜ਼ਾਨਾ ਜਿਹੜਾ ਮਾਲੋ ਮਾਲ ਕਰ ਦੇਣਾ। ਹੁਣ ਦੂਜੇ ਪਾਸੇ 1 ਜੁਲਾਈ ਤੋਂ ਪੰਜਾਬ ਦੇ ਵਿੱਚ ਜਿਹੜਾ 300 ਯੂਨਿਟ ਪ੍ਰਤੀ ਵਿਅਕਤੀ ਨੂੰ ਫ੍ਰੀ ਕਰ ਦਿੱਤੇ ਗਏ, ਹਰ ਵਰਗ ਵਾਸਤੇ ਫ੍ਰੀ ਕਰ ਦਿੱਤੇ ਗਏ ਆ। ਤੇ ਸਤੰਬਰ ਦੇ ਵਿੱਚ ਭਗਵੰਤ ਮਾਨ ਹੋਣਾ ਨੇ ਤੇ ਕੇਜਰੀਵਾਲ ਨੇ ਐਲਾਨ ਕੀਤਾ ਕਿ ਜ਼ੀਰੋ ਬਿੱਲ ਆਏਗਾ 52 ਲੱਖ ਪਰਿਵਾਰਾਂ ਨੂੰ। ਉਹਨਾਂ ਨੇ ਇਹ ਦਾਅਵਾ ਕੀਤਾ ਕਿ ਸਤੰਬਰ ਦੇ ਵਿੱਚ ਜ਼ੀਰੋ ਬਿੱਲ ਆਏਗਾ। ਜਦੋਂ ਕਿ ਪੰਜਾਬ ਦੇ ਵਿੱਚ ਪਹਿਲਾਂ ਕੀ ਸੀ ਕਿ ਪਹਿਲਾਂ 200 ਯੂਨਿਟ ਐਸਸੀ ਵਰਗ ਨੂੰ ਫ੍ਰੀ ਸੀ, ਬਾਕੀ ਵਰਗਾਂ ਨੂੰ ਨਹੀਂ ਸੀ ਫ੍ਰੀ। ਤਾਂ ਉਸ ਵਕਤ ਪੰਜਾਬ ਨੂੰ ਜਦੋਂ 200 ਯੂਨਿਟ ਐਸਸੀ ਵਰਗ ਨੂੰ ਦੇ ਕੇ ਜਾਂ ਹੋਰ ਜਿਹੜੀਆਂ ਆਪਣੀ ਕੈਟਾਗਰੀ ਸਨ ਉਹਨਾਂ ਨੂੰ ਇੰਨੇ ਯੂਨਿਟ ਮਾਫ ਕਰਾ ਕੇ ਸਰਕਾਰ ਨੂੰ 1800 ਕਰੋੜ ਰੁਪਏ ਦਾ ਘਾਟਾ ਜਿਹੜਾ ਨਾ ਉਹਨਾਂ ਦਿਨਾਂ 'ਚ ਪੈਂਦਾ ਸੀ, ਪਿਛਲੇ ਦਿਨਾਂ 'ਚ, ਜਦੋਂ ਕੁਝ ਖਾਸ ਵਰਗਾਂ ਨੂੰ। ਤੇ ਜਦੋਂ ਹੁਣ ਟੋਟਲ ਪੰਜਾਬ ਦੇ ਸਾਰਿਆਂ ਲੋਕਾਂ ਨੂੰ 600 ਯੂਨਿਟ 2 ਮਹੀਨੇ ਦਾ ਮਾਫ ਕਰ ਦਿੱਤਾ ਜਾਣਾ ਦਾ ਐਲਾਨ ਹੋ ਗਿਆ, 52 ਲੱਖ ਪਰਿਵਾਰਾਂ ਨੂੰ ਜ਼ੀਰੋ ਬਿੱਲ ਆਉਣਾ, ਤਾਂ ਉਹਦੇ ਨਾਲ ਜੋ ਸਰਕਾਰੀ ਅੰਕੜਾ ਸਾਡੇ ਕੋਲ ਮਿਲਿਆ ਉਹਦੇ ਅਨੁਸਾਰ ਉਹ ਇਹ ਗੱਲ ਕਹਿ ਰਹੇ ਆ ਕਿ ਇਹਦੇ ਨਾਲ 6 ਤੋਂ 6.5 ਹਜ਼ਾਰ ਕਰੋੜ ਰੁਪਏ ਦਾ ਜਿਹੜਾ ਘਾਟਾ ਆ, ਸੁਖਿੰਦਰ, ਬੜੀ ਵੱਡੀ ਰਕਮ ਆ। ਇਹ ਟੈਕਸ ਜਿਹੜਾ ਪੰਜਾਬ ਸਾਲਾਨਾ ਬਣਦਾ ਜਾਂ ਮੰਥਲੀ? ਸਾਲਾਨਾ ਇਹ ਜਿਹੜਾ ਆ ਇੰਨਾ ਪਏਗਾ ਉਹਨਾਂ ਨੂੰ ਘਾਟਾ। ਹੁਣ ਉਹਦੇ ਵਿੱਚ ਨਾਲ ਬੇਸ਼ੱਕ ਹਰਪਾਲ ਸਿੰਘ ਚੀਮਾ ਹੋਣਾ ਨੇ ਇਹ ਤਰਕ ਡਾਲ ਦਿੱਤਾ ਕਿ ਇਹਦੇ 'ਚ 1800 ਕਰੋੜ ਰੁਪਏ ਦੀ ਜਿਹੜੀ ਸਬਸਿਡੀ ਆ ਉਹ ਵਿੱਚ ਆਏਗੀ ਤਾਂ ਜਿਹਦੇ ਨਾਲ ਬੈਲੈਂਸ ਹੋ ਸਕਦਾ। ਪਰ ਸੁਖਵਿੰਦਰ ਜੀ, ਬੈਲੈਂਸ ਉਸ ਦੇ ਬਾਵਜੂਦ ਵੀ ਜਿਹੜੀ ਸਥਿਤੀ ਆ ਉਹ ਇਹ ਆ ਕਿ ਸਰਕਾਰੀ ਖਜ਼ਾਨੇ 'ਚ ਜਿਹੜੀ ਟੈਕਸ ਦੀ ਚੋਰੀ ਆ 1380 ਕਰੋੜ ਰੁਪਈਆ ਉਹ ਬਣਦਾ, ਜਿਹੜਾ ਸਿੱਧਾ ਇਸ ਟੈਕਸ ਦੇ ਰੂਪ ਦੇ ਵਿੱਚ ਬਿਜਲੀ ਦੇ ਬਿੱਲਾਂ ਦੇ ਉੱਤੇ ਲੱਗੇ ਟੈਕਸ ਦੇ ਰੂਪ ਦੇ ਵਿੱਚ ਆਉਣਾ ਸੀ। ਉਹ 1380 ਕਰੋੜ ਰੁਪਈਆ ਟੈਕਸ ਦੇ ਰੂਪ 'ਚ ਹੁਣ ਸਰਕਾਰੀ ਖਜ਼ਾਨੇ 'ਚ ਕਿੱਥੋਂ ਆਏਗਾ, ਕਿੱਥੇ ਜਾਏਗਾ? ਇਹ ਬੜਾ ਵੱਡਾ ਪ੍ਰਸ਼ਨ ਆ। ਤੇ ਜਿਸ ਕਰਕੇ ਆਉਂਦਿਆਂ ਦਿਨਾਂ 'ਚ ਅਸੀਂ ਕਹਿ ਸਕਦੇ ਕਿ ਜਿਹੜੀ ਖਜ਼ਾਨੇ ਦੀ ਸਥਿਤੀ ਆ ਉਹ ਬਿਲਕੁਲ ਉਸੇ ਤਰੀਕੇ ਦੀ ਹੋ ਸਕਦੀ ਆ ਜਿਸ ਤਰੀਕੇ ਨਾਲ ਕਾਂਗਰਸ ਦੇ ਰਾਜਕਾਲ ਦੇ ਵਿੱਚ ਚੰਨੀ ਮਾਫ ਕਰਨਾ ਮਨਪ੍ਰੀਤ ਸਿੰਘ ਬਾਦਲ ਹੁਣੀ ਕਹਿੰਦੇ ਹੁੰਦੇ ਖਜ਼ਾਨਾ ਖਾਲੀ, ਖਜ਼ਾਨਾ ਖਾਲੀ। ਹਾਲਾਂਕਿ ਉਹਨਾਂ ਸਮਿਆਂ ਦੇ ਵਿੱਚ ਸਰਕਾਰ ਕੋਲ ਕਈ ਤਰ੍ਹਾਂ ਦੇ ਟੈਕਸ ਜਿਹੜੇ ਉਹ ਆਉਂਦੇ ਸੀ, ਕਈ ਤਰ੍ਹਾਂ ਦੇ ਟੈਕਸ ਜਿਹੜੇ ਉਹ ਭਰੇ ਜਾਂਦੇ ਸਨ। ਪਰ ਜੇਕਰ ਹੁਣ ਬਿਜਲੀ ਦਾ ਟੈਕਸ ਜਿਹੜਾ ਇਹਨਾਂ 1380 ਕਰੋੜ ਰੁਪਈਆ ਇੰਨੇ ਵੱਡੇ ਸਰਕਾਰ ਜਿਹੜਾ ਆਉਣਾ ਟੈਕਸ ਆਉਣਾ ਸੀ ਉਹੋ ਹੀ ਨਹੀਂ ਆਊਗਾ, ਤਾਂ ਫਿਰ ਇਹ ਜਿਹੜੇ ਨੇ ਬਿਜਲੀ ਵਿਭਾਗ ਜਾਂ ਸਰਕਾਰ ਦਾ ਖਜ਼ਾਨਾ ਉਸ ਪੱਖ ਤੋਂ ਕਿੱਥੋਂ ਆਪਣੇ ਘਾਟਿਆਂ ਨੂੰ ਪੂਰਾ ਕਰੇਗਾ? ਕੀ ਦੂਜੇ ਪਾਸਿਓਂ ਕਰਜ਼ਾ ਲਏਗਾ? ਕੀ ਹੋਰ ਕਿਸੇ ਮਹਿਕਮੇ ਦੇ ਟੈਕਸ ਲਾ ਕੇ ਆਪਣੀ ਉਸ ਘਾਟੇ ਨੂੰ ਪੂਰਾ ਕਰੇਗਾ? ਕਹਿਣ ਦਾ ਅਰਥ ਸੁਖਵਿੰਦਰ ਜੀ ਇਹ ਹੈ ਕਿ ਸਰਕਾਰ ਨੇ ਆਪਣੀ ਕੀਤੀ ਗਰੰਟੀ ਤਾਂ ਪੂਰੀ ਕਰ ਦਿੱਤੀ, ਉਹਦੇ 'ਚ ਕੋਈ ਦੋ ਰਹਿਮਾ ਨਹੀਂ, ਪਰ ਉਸ ਗਰੰਟੀ ਨੂੰ ਪੂਰਾ ਕਰਨ ਦੇ ਨਾਲ ਨਾਲ ਪੰਜਾਬ ਦੇ ਲੋਕਾਂ ਤੇ ਟੇਢੇ ਤਰੀਕੇ ਨਾਲ ਜਾਂ ਅਸਿੱਧੇ ਤਰੀਕੇ ਨਾਲ ਕਿਸ ਤਰੀਕੇ ਨਾਲ ਡਾਕਾ ਮਾਰਨਾ, ਇਹ ਵੀ ਸਰਕਾਰ ਨੇ ਕੁਝ ਨਾ ਕੁਝ ਜ਼ਰੂਰ ਹੁਣ ਸੋਚ ਲਿਆ। ਜਾਂ ਤਾਂ ਸਰਕਾਰ ਫਿਰ ਕਰਜ਼ਾ ਲਏਗੀ ਜਿਸ ਤਰੀਕੇ ਨਾਲ ਆਉਂਦਿਆਂ 3 ਮਹੀਨੇ, ਹਾਲਾਂਕਿ ਹਰ ਸਰਕਾਰ ਕਰਜ਼ਾ ਲੈਂਦੀ ਹੈ, ਕੋਈ ਸ਼ੱਕ ਨਹੀਂ, ਪਰ ਜਿਸ ਤਰੀਕੇ ਨਾਲ ਇਹ ਸਰਕਾਰ ਨੇ ਦਾਅਵੇ ਕੀਤੇ, ਉਹ ਵੀ ਲੋਕਾਂ ਦੇ ਹੱਕਾਂ ਤੇ ਡਾਕਾ ਜੇ ਕਰਜ਼ਾ ਲੈਂਦੇ, ਕਿਉਂਕਿ ਕਰਜ਼ਾ ਲਾਉਣਾ ਕਿਹਨੇ ਆ? ਉਹ ਕਰਜ਼ਾ ਆਪਾਂ ਹੀ ਤੇ ਲਾਉਣਾ, ਔਰ ਉਹ ਕਰਜ਼ਾ ਲੈਣਾ ਕਿਉਂ ਪੈਣਾ? ਇਹ ਜਿਹੜੇ ਸੁਪਰੀਮ ਕੋਰਟ ਇਹ ਗੱਲਾਂ ਕਹਿ ਰਿਹਾ ਕਿ ਫ੍ਰੀ ਦੀਆਂ ਰੌੜੀਆਂ ਵੰਡਣ ਵਾਲੀ ਗੱਲ, ਆਪਣੀ ਸੱਤਾ ਦੇ ਵਿੱਚ ਆਉਣ ਦੇ ਲਈ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਝੂਠੇ ਸੱਚੇ ਵਾਅਦੇ ਜਿਹੜੇ ਕੀਤੇ, ਉਹਨਾਂ ਵਾਅਦਿਆਂ ਨੂੰ ਪੂਰੇ ਕਰਨ ਦੇ ਲਈ ਜਾਂ ਉਹ ਵਾਅਦਿਆਂ ਦੇ ਨੇੜੇ ਪਹੁੰਚਣ ਦੇ ਲਈ ਆਪਣੇ ਲੋਕਾਂ ਦੇ ਸਿਰ ਜਿਹੜੀਆਂ ਜੁੱਤੀਆਂ ਉਹਨਾਂ ਨੇ ਮਾਰ ਦੇਣੀਆਂ ਨੇ। ਇਹ ਵੀ ਜਿਹੜਾ ਤੁਹਾਡੀ ਗੱਲ ਠੀਕ ਹੈ, ਇਹ ਬਹੁਤ ਜਿਹੜਾ ਲੋਕਾਂ ਤੇ ਹੀ ਪੈਣਾ, ਇਹ ਜਿਹੜਾ ਝਟਕਾ ਲੋਕਾਂ ਨੂੰ ਹੀ ਲੱਗਣਾ।
ਸੁਖਵਿੰਦਰ ਜੀ ਝਟਕਾ ਤਾਂ ਲੋਕਾਂ ਨੂੰ ਪੈਣਾ ਕਿ ਵਾਲ ਤਾਂ ਲੋਕਾਂ ਦੇ ਮੁੰਨੇ ਜਾਣੇ। ਲੋਕ ਤਾਂ ਜਿਸ ਤਰ੍ਹਾਂ ਕਹਿੰਦੇ ਨੇ ਕਿ ਸਥਿਤੀਆਂ ਜਿਹੜੀਆਂ ਨੇ ਟੇਢੇ ਤਰੀਕੇ ਨਾਲ ਜਾਂ ਸਿੱਧੇ ਤਰੀਕੇ ਨਾਲ ਡਾਕਾ ਜਿਹੜਾ ਆ ਉਹ ਲੋਕਾਂ ਦੀ ਜੇਬ ਤੇ ਹੀ ਪੈਣਾ ਆ, ਜਿਸ ਤਰੀਕੇ ਨਾਲ ਬੀਤੇ ਦੌਰਾਂ 'ਚ ਸਰਕਾਰਾਂ ਕਰਦੀਆਂ ਰਹੀਆਂ ਮੈਂ ਨੇ। ਦੁਬਾਰਾ ਤੁਹਾਨੂੰ ਇਹ ਗੱਲ ਪੁੱਛਣਾ ਚਾਹੁੰਦਾ ਕਿ ਕਿਵੇਂ ਦੇਖਦੇ ਹੋ ਅਰਵਿੰਦ ਕੇਜਰੀਵਾਲ ਕਿੰਨੇ ਬੁਰੇ ਤਰੀਕੇ ਦੇ ਨਾਲ ਫਸ ਗਏ ਨੇ, ਕਿਉਂਕਿ ਰੈਵਨਿਊ ਉਸ ਤਰੀਕੇ ਦਾ ਪੈਦਾ ਨਹੀਂ ਹੋ ਰਿਹਾ। ਅਰਵਿੰਦ ਕੇਜਰੀਵਾਲ ਕਹਿੰਦੇ ਸੀਗੇ ਕਿ ਮੈਂ ਰੈਵਨਿਊ ਦਾ ਪ੍ਰਬੰਧ ਤਾਂ ਕਰੀ ਬੈਠਾ, ਮੈਂ 54,000 ਕਰੋੜ ਦਾ ਪ੍ਰਬੰਧ ਤਾਂ ਕਹਿੰਦੇ ਮੈਂ ਕਰੀ ਬੈਠਾ। ਨਵਜੋਤ ਸਿੰਘ ਸਿੱਧੂ ਨੇ ਚੈਲੰਜ ਕਰ ਦਿੱਤਾ ਕਿ ਭਾਈ ਅਰਵਿੰਦ ਕੇਜਰੀਵਾਲ ਜੀ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਮੈਂ 20,000 ਕਰੋੜ ਰੁਪਇਆ ਰੈਵਨਿਊ ਦੇ ਵਿੱਚੋਂ ਸਾਲਾਨਾ ਕੱਢ ਲੂੰਗਾ, ਤੂੰ 2,000 ਕਰੋੜ ਰੁਪਇਆ ਕੱਢ ਕੇ ਦਿਖਾ। ਉਹ ਤੇ ਕੁਝ ਕਰ ਨਹੀਂ ਸਕੇ। ਹੁਣ ਬਿਜਲੀ ਬਿੱਲ ਵਾਲੇ ਤੇ ਵੀ ਜਿਹੜਾ ਵਿੱਤੀ ਜਿਹੜਾ ਬੋਝ ਹੋਰ ਵੱਧ ਰਿਹਾ ਹੈ, ਤੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਖ-ਵੱਖ ਚੀਜ਼ਾਂ ਜਿਹੜੀਆਂ ਹੋਣ ਵਾਲੀਆਂ ਨੇ, ਜੇ ਉਹ ਕਰਨਗੇ ਤਾਂ ਉਹਦੇ ਨਾਲ ਹੋਰ ਵਿੱਤੀ ਬੋਝ ਵਧੂਗਾ। ਤਾਂ ਕਿਵੇਂ ਦੇਖਦੇ ਹੋ ਅਰਵਿੰਦ ਕੇਜਰੀਵਾਲ ਜਿਹੜਾ ਕਹਿੰਦਾ ਸੀ ਮੈਂ ਪੈਸੇ ਦਾ ਇੰਤਜ਼ਾਮ ਕਰ ਲਿਆ, ਮੈਂ ਇੰਡੀਅਨ ਰੈਵਨਿਊ ਸਰਵਿਸਿਜ਼ ਦੇ ਵਿੱਚ ਰਿਹਾ ਤੇ ਮੈਂ ਸਾਰਾ ਕੁਝ ਕਰ ਲੈਣਾ ਹੈ, ਉਹਨੂੰ ਫਿਰ ਝਟਕਾ ਤੁਸੀਂ ਕਿੰਨਾ ਕੁ ਵੱਡਾ ਮੰਨਦੇ ਹੋ? ਦੇਖੋ ਜਾਂ ਫਿਰ ਸੁਖਵਿੰਦਰ ਜੀ ਝਟਕਾ ਲੋਕਾਂ ਨੂੰ ਉਹਨੇ ਤਾਂ ਸਰਕਾਰ ਬਣਾ ਲਈ ਇਹ ਗੱਲਾਂ ਕਹਿ ਕੇ। ਹਾਂ, ਇਹਦੇ ਵਿੱਚ ਆ ਜਿਹੜਾ ਅਖੀਰ ਤਾਂ ਤੁਸੀਂ ਤਰਕ ਦਿੱਤਾ, ਇਹ ਤਰਕ ਤੁਹਾਡਾ ਜ਼ਿਆਦਾ ਅਸੀਂ ਕਹਿ ਸਕਦੇ ਹਾਂ ਕਿ ਦਲੀਲ ਯੁਕਤ ਆ ਕਿ ਲੋਕਾਂ ਨੂੰ ਝਟਕਾ ਹੈਗਾ। ਅਰਵਿੰਦ ਕੇਜਰੀਵਾਲ ਨੂੰ ਕਾਹਦਾ ਝਟਕਾ? ਅਰਵਿੰਦ ਕੇਜਰੀਵਾਲ ਨੇ ਤਾਂ ਪੰਜਾਬ ਦੇ ਵਿੱਚ 5 ਸਾਲ ਵਾਸਤੇ ਜੇਕਰ ਸਰਕਾਰ ਬਣਾਉਣੀ ਸੀ ਤਾਂ ਉਹ ਸਰਕਾਰ ਬਣਾਉਣ ਦੇ ਵਿੱਚ ਸੁਖਵਿੰਦਰ ਜੀ ਉਹ ਸਫਲ ਰਿਹਾ। ਹੁਣ ਉਹ ਜੋ ਲੋਕਾਂ ਦੀਆਂ ਗਰੰਟੀਆਂ ਪੂਰੀਆਂ ਹੁੰਦੀਆਂ ਨਹੀਂ ਹੁੰਦੀਆਂ, ਅਗਲੇ 5 ਸਾਲਾਂ ਬਾਅਦ ਕੀ ਪਤਾ ਕਿਹੜੇ ਰਾਜੇ ਦੀ ਪ੍ਰਜਾ ਹੋਣੀ ਆ, ਕੀ ਹੋਣਾ ਜਾਂ ਕੀ ਨਹੀਂ ਹੋਣਾ, ਉਦੋਂ ਕਿਹੜੇ ਨਵੇਂ ਦਾ ਖੇਡੇ ਜਾਣੇ ਨੇ ਜਾਂ ਦੂਜੀਆਂ ਪਾਰਟੀਆਂ ਨੇ ਆਣ ਕੇ ਕਿਸ ਤਰੀਕੇ ਨਾਲ ਘੇਰਨਾ, ਇਹ ਤਾਂ ਆਉਂਦੇ 5 ਸਾਲਾਂ ਨੂੰ ਪਤਾ ਲੱਗੇਗਾ। ਝਟਕਾ ਜਿਹੜਾ ਅਰਵਿੰਦ ਕੇਜਰੀਵਾਲ ਨੂੰ ਨਹੀਂ, ਇਹ ਪੰਜਾਬ ਦੇ ਲੋਕਾਂ ਨੂੰ ਝਟਕਾ ਹੈਗਾ। ਬਾਕੀ ਤੁਸੀਂ ਮੈਂ ਤੁਹਾਡੀ ਗੱਲ ਦਾ ਜਵਾਬ ਦਿੰਦਾ ਕਿ ਵੇਖੋ ਦੋ ਨੀਤੀਆਂ ਦੀ ਗੱਲ ਕਰਦੇ, ਇੱਕ ਮਾਈਨ ਦੀ ਨੀਤੀ ਵੀ ਇਹਨਾਂ ਨੇ ਪਿੱਛੇ ਬਣਾਈ ਆ ਕਿ ਜਿਹਦੇ ਵੱਲੋਂ ਕਹਿੰਦੇ ਸੀ ਕਿ ਅਸੀਂ ਬੜਾ ਵੱਡਾ ਰੈਵਨਿਊ ਉਦੋਂ ਤੋਂ ਇਕੱਠਾ ਕਰਾਂਗੇ। ਦੂਜੀ ਨੀਤੀ ਸੀ ਆਬਕਾਰੀ ਨੀਤੀ, ਇਹ ਵੀ ਜਿਹੜੀ ਨੀਤੀ ਸੀ ਦਿੱਲੀ ਤੋਂ ਬਣ ਗਈ। ਦਿੱਲੀ ਦੇ ਵਿੱਚ ਜਦੋਂ ਆ ਨੀਤੀ ਨੂੰ ਲਾਗੂ ਲੱਗੇ ਕਰਨ, ਉੱਥੇ ਸਰਕਾਰ ਦੀ CBI ਦੀ ਜਾਂ ਉੱਥੋਂ ਦੇ ਰਾਜਪਾਲ ਨੇ ਇਸ ਨੀਤੀ ਤੇ ਰੋਕ ਲਾਤੀ ਤੇ ਇਹ ਨੀਤੀ ਨਾ ਦਿੱਲੀ 'ਚ ਲਾਗੂ ਹੋਈ ਤੇ ਨਾ ਪੰਜਾਬ 'ਚ ਲਾਗੂ ਹੋਈ। ਦੂਜੇ ਪਾਸੇ ਮਾਈਨਿੰਗ ਦੀ ਗੱਲ ਕਰ ਲਓ, ਮਾਈਨਿੰਗ ਦੀ ਨਵੀਂ ਨੀਤੀ ਜਿਹੜੀ ਇਹਨਾਂ ਨੇ ਬਣਾਈ ਆ ਉਹਦੇ ਅਨੁਸਾਰ ਵੀ ਬਹੁਤ ਕੁਝ ਇਦਾਂ ਦਾ ਕੀਚ ਵਿਚੋਲਾ ਉਹਦੇ 'ਚ ਹੈਗਾ ਕਿ ਜਿਹੜਾ ਸਾਫ਼ ਤੌਰ ਤੇ ਸਪਸ਼ਟ ਨਹੀਂ ਹੁੰਦਾ। ਸੋ ਇਹੋ ਹੀ ਦੋ ਚੀਜ਼ਾਂ ਸਨ ਜਿਨ੍ਹਾਂ ਤੋਂ ਰੈਵਨਿਊ ਇਕੱਠਾ ਕਰਨ ਦੀ ਗੱਲ ਅਰਵਿੰਦ ਕੇਜਰੀਵਾਲ ਕਰਦੇ ਸਨ। ਤੇ ਜੇਕਰ ਹੁਣ ਇਹੋ ਹੀ ਦੋ ਨੀਤੀਆਂ ਜਿਹੜੀਆਂ ਪੰਜਾਬ ਦੇ ਵਿੱਚ ਫਲਾਪ ਹੋ ਗਈਆਂ ਜਾਂ ਪੰਜਾਬ ਦੇ ਵਿੱਚ ਇਹ ਲਾਗੂ ਹੀ ਨਹੀਂ ਹੋ ਸਕੀ, ਆਬਕਾਰੀ ਨੀਤੀ ਜਿਹੜੀ ਦਿੱਲੀ ਵਾਲੀ ਪੰਜਾਬ 'ਚ ਲਾਗੂ ਹੋ ਹੀ ਨਹੀਂ ਸਕੀ, ਤਾਂ ਫਿਰ ਕੁਦਰਤੀ ਤੌਰ ਤੇ ਸੁਖਵਿੰਦਰ ਜੀ ਘਾਟਾ ਤਾਂ ਹੈ ਹੀ ਹੈ। ਇਹ ਤਾਂ ਪੰਜਾਬ ਦੇ ਲੋਕਾਂ ਨੂੰ ਜ਼ਬਰਦਸਤ ਝਟਕਾ, ਕਿਉਂਕਿ ਜਿਹੜੀ ਗੱਲ ਇਹ ਕਹਿ ਕੇ ਆਏ ਸੀ ਕਿ ਬਦਲਾਵ ਕਰਨਾ, ਅੱਜ ਕੱਲ੍ਹ ਪੰਜਾਬ ਦੀਆਂ ਹਰ ਜਥੇਬੰਦੀਆਂ ਹੀ ਇਹ ਗੱਲ ਕਰਦੀਆਂ ਨੇ ਕਿ ਹਾਂਜੀ ਬਦਲਾਵ ਦੱਸੋ ਕਿੱਥੇ ਆ, ਬਦਲਾਵ ਕਿੱਥੇ ਆ। ਠੀਕ ਆ, ਹੁਣ ਬਦਲਾਵ ਹੈ ਕਿ ਨਹੀਂ ਹੈ। ਦੂਜੇ ਪਾਸੇ ਤੁਸੀਂ ਦੇਖ ਲਓ ਕਿ ਜਿਹੜੀਆਂ ਮੁਲਾਜ਼ਮ ਜਥੇਬੰਦੀਆਂ ਨੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਿਆਂ ਤੇ ਬੈਠੀਆਂ ਨੇ। ਅੱਜ ਪੰਜਾਬ ਰੋਡਵੇ ਦੀ ਫੇਰ ਹੜਤਾਲ ਜਿਹੜੀ ਹੈਗੀ ਆ ਮੁਲਾਜ਼ਮ ਰੋਡਵੇ ਕਰਮਚਾਰੀਆਂ ਦੀ। ਸੋ ਅਜਿਹੀਆਂ ਸਥਿਤੀਆਂ ਦੇ ਵਿੱਚ ਪੰਜਾਬ ਦਾ ਹਰ ਵਰਗ ਜਿਸ ਤਰ੍ਹਾਂ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਠੱਗਿਆ ਮਹਿਸੂਸ ਕਰ ਰਿਹਾ। ਠੱਗਿਆ ਇਸ ਕਰਕੇ ਕਿਉਂਕਿ ਇਹ ਸਰਕਾਰ ਨੇ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਸੁਪਨੇ ਹੀ ਅਜਿਹੇ ਵਿਖਾ ਦਿੱਤੇ ਕਿ ਹਾਂ ਵੀ ਇੱਕ ਵਾਰੀ ਸਾਨੂੰ ਸੱਤਾ 'ਚ ਆ ਲੈਣ ਦਿਓ, ਵੇਖਿਓ ਕਿ ਅਸੀਂ ਪੰਜਾਬ ਜਾਂ ਤੁਹਾਡਾ ਲੋਕ ਇੱਕ ਰੰਗਲਾ ਪੰਜਾਬ ਬਣਾ ਦੇਣਾ, ਲੋਕਾਂ ਦੇ ਜਿਹੜੇ ਸੁਪਨੇ ਨੇ ਉਹ ਸੋਨ ਸੁਨਹਿਰੀ ਕਰ ਦੇਣੇ ਆ, ਤੁਹਾਨੂੰ ਚਿੰਤਾ ਹੀ ਕੋਈ ਨਹੀਂ ਹੋਣੀ, ਮਤਲਬ ਹਰ ਚੀਜ਼ ਤੁਹਾਡੇ ਕੋਲ ਹੋਏਗੀ। ਮਤਲਬ ਇਹੋ ਜਿਹੇ ਦਾਅਵੇ, ਇਹੋ ਜਿਹੇ ਵਾਅਦੇ ਕੀਤੇ ਗਏ ਕਿ ਜੋ ਪਿਛਲੀਆਂ ਸਰਕਾਰਾਂ ਨਹੀਂ ਕਰ ਸਕੀਆਂ, ਤੁਸੀਂ ਸਾਨੂੰ ਇੱਕ ਵਾਰੀ ਕਰਕੇ ਦਿਓ। ਬੇਰੁਜ਼ਗਾਰੀ ਖਤਮ ਕਰ ਦੇਣੀ ਹੈ, ਕੱਚਾ ਮੁਲਾਜ਼ਮ ਰਹਿਣ ਨਹੀਂ ਦੇਣਾ, ਨੌਜਵਾਨ ਜਿਹੜੇ ਨੇ ਉਹ ਵਿਦੇਸ਼ਾਂ 'ਚ ਜਾਣ ਦੀ ਬਜਾਏ ਪੰਜਾਬ 'ਚ ਪੜ੍ਹਨਗੇ, ਬਾਹਰੋਂ ਲੋਕ ਆਉਣਗੇ। ਇਹੋ ਜਿਹੇ ਸੁਪਨੇ ਵਿਖਾਏ ਲੋਕਾਂ ਨੇ। ਵੇਖਿਆ ਕਿ ਚਲੋ ਠੀਕ ਆ ਯਾਰ, ਵੇਖਨੇ ਭਲਾ ਕੀ ਕਰਦੇ, ਪਰ ਉਹ ਜਦੋਂ ਸੁਪਨੇ ਟੁੱਟੇ ਤਾਂ ਲੋਕ ਹੁਣ ਸੁਖਵਿੰਦਰ ਜੀ ਪੰਜਾਬ ਦੇ ਠੱਗੇ ਮਹਿਸੂਸ ਕਰ ਰਹੇ ਆ। ਕਿਉਂਕਿ ਸਰਕਾਰ ਅਜੇ 4 ਮਹੀਨੇ ਜਾਂ 5 ਮਹੀਨੇ ਸਰਕਾਰ ਬਣੀ ਨੂੰ ਹੋ ਚੱਲੇ ਆ, ਪਰ ਅਜੇ ਤੱਕ ਸਰਕਾਰ ਦਾ ਕੋਈ ਅਜਿਹਾ ਕੰਮ ਨਜ਼ਰੀ ਨਹੀਂ ਜੇ ਆ ਰਿਹਾ ਕਿ ਜਿੱਥੇ ਪੰਜਾਬ ਦੇ ਲੋਕ ਕਹਿਣ ਕਿ ਹਾਂ ਭਾਈ ਸੁਪਨੇ ਸਾਡੇ ਪੂਰੇ ਹੋਣਗੇ। ਆਹ ਲੋਕ ਪੱਖੀ ਫੈਸਲਾ ਕੀਤਾ। ਹੁਣ ਇੱਕ ਵਿਧਾਇਕ ਇੱਕ ਪੈਨਸ਼ਨ ਦੀ ਗੱਲ ਕਰ ਲਓ, ਇਹਦੇ ਨਾਲ ਆਮ ਲੋਕਾਂ ਨੂੰ ਟੈਕਸ ਦਾ ਉਹਨਾਂ ਲੋਕਾਂ ਨੂੰ ਤਾਂ ਘਾਟਾ ਪਿਆ, ਚਲੋ ਪੰਜਾਬ ਦੇ ਸਰਕਾਰੀ ਖਜ਼ਾਨੇ ਦੇ ਵਿੱਚ ਪੈ ਜਾਊਗਾ, ਵਾਧਾ ਪੈ ਜਾਏਗਾ, ਪਰ ਦੂਜੇ ਪਾਸੇ ਬਿਜਲੀ ਬਿੱਲਾਂ ਦੀ ਗੱਲ ਕਰ ਦੋ ਤੁਸੀਂ, ਉਸ ਤਰੀਕੇ ਤੇ ਜਦੋਂ ਘਾਟਾ ਪੈਣਾ ਤਾਂ ਉਹ ਉਧਰ ਖਰਚੇ ਜਾਣੇ ਨੇ। ਕਹਿਣ ਦਾ ਅਰਥ ਆ ਕਿ ਪੰਜਾਬ ਦੇ ਲੋਕ, ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਠੱਗੇ ਮਹਿਸੂਸ ਕਰ ਰਹੇ, ਤੇ ਅਜੇ ਇਦਾਂ ਦਾ ਲੱਗ ਨਹੀਂ ਰਿਹਾ ਕਿ ਪੰਜਾਬ 'ਚ ਕੋਈ ਨਵੀਂ ਸਰਕਾਰ ਆਈ ਆ। ਇਦਾਂ ਲੱਗ ਰਿਹਾ ਕਿ ਜਿਵੇਂ ਪੰਜਾਬ ਜਿਹੜਾ ਨਾ ਇਸ ਵੇਲੇ ਸਰਕਾਰ ਤੋਂ ਵਿਹੂਣਾ ਚੱਲਦਾ ਪਿਆ ਜੀ। ਬਿਲਕੁਲ ਰਾਣਕ ਸਾਹਿਬ, ਅਗਲੀ ਖਬਰ ਲੈ ਲੈਂਦੇ ਆ। ਅਗਲੀ ਖਬਰ ਇਹ ਹੈ ਕਿ ਮਸਾਂ 2 ਸਾਲਾਂ ਤੋਂ ਬਾਅਦ ਜਿਹੜੀ ਹੈ ਲੋਕਾਂ ਦੀ ਜ਼ਿੰਦਗੀ ਪੱਟੀ ਤੇ ਦੁਬਾਰਾ ਆਉਣ ਲੱਗੀ ਸੀਗੀ, ਕੰਮਕਾਜ ਲੋਕਾਂ ਦੇ ਦੁਬਾਰਾ ਜਿਹੜੇ ਪਟੜੀ ਤੇ ਆਉਣ ਲੱਗੇ ਸੀਗੇ, ਤਾਂ ਹੁਣ ਪਤਾ ਲੱਗਿਆ ਕਿ ਪੰਜਾਬ ਦੇ ਵਿੱਚ ਜਿਹੜਾ ਮਾਸਕ
ਉਹ ਜ਼ਰੂਰੀ ਹੋ ਗਿਆ। ਮਾਸਕ ਦੇ ਆਉਣ ਦੇ ਨਾਲ ਕਿ ਜ਼ਿੰਦਗੀ ਨੂੰ ਇਹ ਨਹੀਂ ਮੈਂ ਕਹਿੰਦਾ ਕਿ ਦੁਬਾਰਾ ਉਹੀ ਹੋ ਜਾਊਗਾ ਸਿਸਟਮ ਕਰੋਨਾ ਵਾਲਾ, ਪਰ ਇਹ ਜ਼ਰੂਰ ਹੈ ਕਿ ਜੇ ਮਾਸਕ ਲਗਾਉਣਾ ਜ਼ਰੂਰੀ ਕੀਤਾ ਗਿਆ ਤਾਂ ਇਹਦਾ ਮਤਲਬ ਇਹ ਹੈ ਕਿ ਕਰੋਨਾ ਦੀ ਦਸਤਕ ਫਿਰ ਦੁਬਾਰਾ ਹੋਈ ਹੈ। ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ? ਸੁਖਵਿੰਦਰ ਜੀ, ਪੰਜਾਬ ਦੇ ਵਿੱਚ ਬੀਤੇ ਦਿਨਾਂ ਤੋਂ ਕਰੋਨਾ ਦੇ ਮਰੀਜ਼ਾਂ ਦੀ ਸੰਖਿਆ ਦੇ ਵਿੱਚ ਨਾ ਵਾਧਾ ਹੋ ਰਿਹਾ, ਇਸ ਗੱਲ 'ਚ ਕੋਈ ਦੋ ਰਾਏ ਨਹੀਂ। ਸਰਕਾਰੀ ਅੰਕੜੇ ਇਹ ਦੱਸਦੇ ਨੇ, ਔਰ ਕਿ ਜਿਸ ਤਰੀਕੇ ਨਾਲ ਛੁੱਟ-ਪੁੱਟ ਮੌਤਾਂ ਤਾਂ ਚਲੋ ਆਪਾਂ ਨਹੀਂ ਕਹਿ ਸਕਦੇ, ਪਰ ਕੇਸ ਜਿਹੜੇ ਨੇ, ਐਕਟਿਵ ਕੇਸ ਜਿਹੜੇ ਨੇ ਕਰੋਨਾ ਦੇ ਜਿਹੜੇ ਜ਼ਰੂਰ ਵਧੇ ਆ, ਤਾਂ ਉਸੇ ਕਰਕੇ ਹੀ ਸਰਕਾਰ ਦੇ ਇਸ ਮਸਲੇ ਨੂੰ ਗੰਭੀਰਤਾ ਨਾਲ ਵੇਖਦੇ ਆ ਜਿਹੜਾ ਭੀੜ ਭੜੱਕੇ ਵਾਲੀਆਂ ਥਾਵਾਂ, ਸਕੂਲਾਂ, ਕਾਲਜਾਂ ਤੇ ਹੋਰ ਦਫ਼ਤਰਾਂ ਦੇ ਵਿੱਚ ਜਿਹੜਾ ਮਾਸਕ ਆ ਇਹ ਜ਼ਰੂਰੀ ਕਰ ਦਿੱਤਾ ਗਿਆ। ਜੇ ਨਹੀਂ ਕਰੇਗਾ ਤਾਂ ਉਸ ਦਾ ਚਲਾਨ ਜਿਹੜਾ ਉਹ ਹੋਵੇਗਾ। ਸੁਖਵਿੰਦਰ ਜੀ, ਇਹ ਵੈਸੇ ਵਧੀਆ ਇੱਕ ਪੱਖ ਇਹ ਵੀ ਅਸੀਂ ਕਹਿ ਸਕਦੇ ਹਾਂ ਕਿ ਲੋਕਾਂ ਨੇ 2 ਸਾਲ ਜਿਸ ਤਰੀਕੇ ਦੇ ਨਾਲ ਕੋਵਿਡ ਨਾਲ ਘੁਲਦੇ ਜਾਂ ਕੋਵਿਡ ਦੇ ਕਹਿਰ 'ਚ ਕੱਟੇ ਆ, ਤਾਂ ਜੇਕਰ ਮਾਸਕ ਸਰਕਾਰ ਪਾਉਣ ਦੀ ਗੱਲ ਕਰਦੀ ਹੈ ਕਿ ਮਾਸਕ ਪਹਿਨ ਕੇ ਰੱਖਣਾ ਬੱਸਾਂ, ਥਾਵਾਂ ਤੇ, ਭੀੜ ਭੜੱਕੇ ਵਾਲੀਆਂ ਥਾਵਾਂ ਤੇ, ਸਕੂਲਾਂ, ਦਫ਼ਤਰਾਂ, ਕਾਲਜਾਂ ਦੇ ਵਿੱਚ ਜਿੱਥੋਂ ਕਰੋਨਾ ਜਿਹੜਾ ਸਮਾਜਿਕ ਦੂਰੀਆਂ ਤੇ ਕਰਕੇ ਜਾਂ ਸਮਾਜ ਨੇੜਲੇ ਸੰਬੰਧਾਂ ਕਰਕੇ ਵੱਧਦਾ, ਤਾਂ ਜੇਕਰ ਉਹ ਜਿਹਾ ਹੁੰਦਾ ਤਾਂ ਮਾਸਕ ਪਹਿਨਣ 'ਚ ਬੁਰਾਈ ਕੋਈ ਨਹੀਂ ਹੋਣੀ ਚਾਹੀਦੀ। ਲੋਕਾਂ ਨੂੰ ਆਪਣੀ ਸਿਹਤ ਦੇ ਪ੍ਰਤੀ ਆਪ ਹੀ ਜਾਗਰੂਕ ਹੋਣਾ ਚਾਹੀਦਾ, ਕਿਉਂਕਿ ਜੇਕਰ ਅਸੀਂ ਆਪਣੀ ਸਿਹਤ ਦੇ ਪ੍ਰਤੀ ਜਾਗਰੂਕ ਹੋਵਾਂਗੇ ਤੇ ਤਾਂ ਹੀ ਇੱਕ ਨਿੱਘਰ ਤੇ ਨਰੋਏ ਸਮਾਜ ਦੀ ਜਿਹੜੀ ਆ ਅਸੀਂ ਉਹ ਸਾਰੀ ਜਿਹੜੀ ਆ ਉਹ ਕਰ ਸਕਦੇ ਹਾਂ। ਕਰੋਨਾ ਦੇ ਜਿਹੜਾ ਹਾਲਾਤ ਸੁਖਵਿੰਦਰ, ਜਿਹੜੇ ਜਦੋਂ ਲਾਕਡਾਊਨ ਲੱਗਾ, ਕਿਹੋ ਜਿਹੇ ਹਾਲਾਤ ਸਨ, ਲੋਕਾਂ ਨੂੰ ਸਾਰੇ ਉਹ ਹਾਲਾਤ ਯਾਦ ਨਹੀਂ। ਤਾਂ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਜਾਂ ਕਿਤੇ ਵੀ ਉਹੋ ਜਿਹੇ ਹਾਲਾਤ ਦੁਬਾਰਾ ਪੈਦਾ ਨਾ ਹੋਣ, ਤਾਂ ਚਾਹੀਦਾ ਤਾਂ ਇਹੋ ਹੀ ਹੈ ਕਿ ਸਰਕਾਰ ਇਹਦੇ ਸੰਬੰਧੀ ਆਪ ਵੀ ਵੱਡੇ ਜੰਗੀ ਪੱਧਰ ਤੇ ਕੋਈ ਫੈਸਲੇ ਲਵੇ। ਲੋਕਾਂ ਨੇ ਠੀਕ ਕਰੋਨਾ ਤਾਂ ਮਾਸਕ ਤਾਂ ਲੋਕਾਂ ਨੇ ਪਾਉਣੇ ਹੀ ਪਾਉਣੇ, ਉਹ ਤਾਂ ਪਾਉਣਗੇ। ਲੋਕਾਂ ਦਾ ਮਾਸਕ ਵੀ ਇੱਕ ਜੀਵਨ ਦਾ ਹੁਣ ਅਹਿਮ ਹਿੱਸਾ ਬਣ ਚੁੱਕਾ। ਬੇਸ਼ੱਕ ਕੋਵਿਡ ਨੂੰ ਬੜਾ ਚਿਰ ਹੋ ਚੱਲਿਆ, 2 ਸਾਲ ਹੋ ਚੱਲੇ ਆ, ਹਰ ਵਿਅਕਤੀ ਅੱਜ ਕੱਲ੍ਹ ਮਾਸਕ ਜੇਬ 'ਚ ਜ਼ਰੂਰ ਰੱਖਦਾ, ਪਰ ਜ਼ਰੂਰ ਚਲੋ ਪਾ ਵੀ ਲੈਣਾ ਚਾਹੀਦਾ। ਪਰ ਇਹਦੇ ਨਾਲ ਹੀ ਨਾਲ ਸਰਕਾਰ ਨੂੰ ਇਹ ਵੀ ਚਾਹੀਦਾ ਕਿ ਪ੍ਰਮਾਤਮਾ ਨਾ ਕਰੇ ਕੱਲ੍ਹ ਨੂੰ 2020 ਵਾਲੀ ਜੇਕਰ ਸਥਿਤੀ ਬਣਦੀ ਹੈ ਤੇ ਸਰਕਾਰ ਦੀਆਂ ਕੀ ਉਹ ਤਿਆਰੀਆਂ ਮੁਕੰਮਲ ਰੂਪ 'ਚ ਹਨ, ਕਿ ਹਸਪਤਾਲਾਂ 'ਚ ਆਕਸੀਜਨ ਦਾ ਪ੍ਰਬੰਧ ਹੈਗਾ। ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਕਿ ਹਸਪਤਾਲ ਦੀਆਂ ਬੁਨਿਆਦੀ ਉਹ ਸਹੂਲਤਾਂ ਜਿਹੜੀਆਂ ਕਰੋਨਾ ਕਾਲ ਦੇ ਵਿੱਚ ਲੋਕਾਂ ਨੂੰ ਜਿਨ੍ਹਾਂ ਨਾਲ ਜੂਝਣਾ ਪਿਆ, ਉਹ ਹੁਣ ਦੁਬਾਰਾ ਨਾ ਪੇਸ਼ ਹੋਣ। ਸਰਕਾਰ ਨੂੰ ਹਸਪਤਾਲਾਂ ਦੇ ਪ੍ਰਬੰਧ ਜਿਹੜੇ ਨੇ ਉੱਥੇ ਹਰ ਚੀਜ਼ ਨਾਲ ਪੂਰਨ ਤੌਰ ਤੇ ਤਿਆਰ ਰਹਿਣਾ ਚਾਹੀਦਾ। ਜਿਹੜਾ ਮਾਸਕ ਹੈ, ਮਾਸਕ ਤਾਂ ਲੋਕਾਂ ਨੇ ਪਾ ਹੀ ਲੈਣਾ, ਮਾਸਕ ਦੀ ਕੋਈ ਜ਼ਿਆਦਾ ਚਿੰਤਾ ਕਰਨ ਦੀ ਸਰਕਾਰ ਨੂੰ ਲੋੜ ਨਹੀਂ ਹੈ, ਨਾ ਇਹਦੇ ਸੰਬੰਧੀ ਹਦਾਇਤਾਂ ਕਰਨ ਦੀ ਲੋੜ ਹੈ। ਸਿਰਫ ਇੰਨੀ ਗੱਲ ਕਹਿ ਦੇਣੀ ਬੈਟਰ ਹੈ ਕਿ ਠੀਕ ਆ ਤੁਸੀਂ ਇਹ ਪਾਉਣੇ ਆ, ਪਰ ਦੂਜੇ ਪਾਸੇ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਜਿਹੋ ਜਿਹੇ ਹਾਲਾਤ ਲੋਕਾਂ ਨੇ ਕੋਵਿਡ ਦੀ ਪਹਿਲੀ ਲਹਿਰ ਤੇ ਕੋਵਿਡ ਦੀ ਦੂਜੀ ਲਹਿਰ ਸਮੇਂ ਵੇਖੇ, ਉਹ ਜਿਹੀ ਲਹਿਰ ਦੁਬਾਰਾ ਪੰਜਾਬ 'ਚ ਜਾਂ ਦੇਸ਼ ਕਿਤੇ ਵੀ ਨਾ ਹੋਣ। ਸਰਕਾਰੀ ਹਸਪਤਾਲਾਂ 'ਚ ਜਾਂ ਦੂਜੇ ਹਸਪਤਾਲਾਂ ਦੇ ਵਿੱਚ ਜਿਹੜੇ ਪ੍ਰਬੰਧ ਨੇ ਉਹ ਪੂਰਨ ਤੌਰ ਤੇ ਮੁਕੰਮਲ ਜਿਹੜੇ ਹੋਣੇ ਚਾਹੀਦੇ ਨੇ। ਸਰਕਾਰ ਤੋਂ ਉਹਦੇ ਪਾਸੇ ਧਿਆਨ ਜਿਹੜਾ ਜ਼ਰੂਰ ਦੇਣਾ ਚਾਹੀਦਾ ਜੀ। ਬਿਲਕੁਲ ਬਿਲਕੁਲ। ਕਾਣਕ ਸਾਹਿਬ, ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਤੇ ਸਾਡੇ ਨਾਲ ਗੱਲਬਾਤ ਕੀਤੀ ਗਈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਈ। ਦੁਬਾਰਾ ਫਿਰ ਮਿਲਾਂਗੇ। ਧੰਨਵਾਦ।